ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅਰਸ਼ਵਿੰਦਰ ਤੁਹਾਡਾ ਸਾਰਿਆਂ ਦਾ ਇੰਪੈਕਟ ਐਜੂਕੇਸ਼ਨ ਦੇ ਔਨਲਾਈਨ ਪਲੇਟਫਾਰਮ ਦੇ ਉੱਤੇ ਸਵਾਗਤ ਕਰਦਾ। ਸੋ ਜਿਹੜੀ ਆਪਣੀ ਇੰਡੀਅਨ ਪੋਲਿਟੀ ਯਾਨੀ ਕਿ ਰਾਜਨੀਤੀ ਅਤੇ ਸੰਵਿਧਾਨ ਨੂੰ ਲੈ ਕੇ ਆਪਾਂ ਸੀਰੀਜ਼ ਸ਼ੁਰੂ ਕੀਤੀ ਹੈ, ਉਹਦਾ ਦੂਸਰਾ ਲੈਕਚਰ ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ। ਸੋ ਅੱਜ ਦੇ ਇਸ ਲੈਕਚਰ ਦਾ ਆਪਣਾ ਉਦੇਸ਼ ਕੀ ਰਹਿਣ ਵਾਲਾ, ਆਬਜੈਕਟਿਵ ਕੀ ਰਹੇਗਾ। ਅੱਜ ਆਪਾਂ ਕਵਰ ਕਰਨੇ ਨੇ ਸਟੇਟਸ, ਠੀਕ ਹੈ, ਯਾਨੀ ਕਿ ਰਾਜ ਅਤੇ ਯੂਨੀਅਨ ਟੈਰੀਟਰੀਜ਼, ਕੇਂਦਰ ਸ਼ਾਸਿਤ ਪ੍ਰਦੇਸ਼। ਮਤਲਬ ਕੁੱਲ ਮਿਲਾ ਕੇ ਸਟੇਟਸ ਦੀ ਫਾਰਮੇਸ਼ਨ, ਸਟੇਟਸ ਹੋਂਦ 'ਚ ਕਿਵੇਂ ਆਈਆਂ, ਕਿਵੇਂ ਬਣੀਆਂ, ਸੀਕੁਐਂਸ 'ਚ ਕਿਵੇਂ ਕਿਵੇਂ ਬਣੀਆਂ ਸੀ, ਕਿਹੜੇ ਸਾਲ ਕਿਹੜੀ ਬਣੀ ਸੀ, ਹੈ ਨਾ। ਆਹ ਸਾਰੀਆਂ ਚੀਜ਼ਾਂ ਆਪਾਂ ਅੱਜ ਦੇ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਸ਼ੁਰੂ ਕਰਦੇ ਹਾਂ ਬਿਨਾਂ ਬਹੁਤੀ ਦੇਰੀ ਦੇ ਆਪਣੀ ਅੱਜ ਦੀ ਇਸ ਡਿਸਕਸ਼ਨ ਨੂੰ। ਲਓ ਜੀ, ਸੋ ਅੱਜ ਦਾ ਆਪਣਾ ਪਹਿਲਾ ਸਵਾਲ ਹੈ। ਸਵਾਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਇੰਪੈਕਟ ਐਜੂਕੇਸ਼ਨ ਪਟਿਆਲਾ ਨਾਮ ਤੋਂ ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਦਿਖਾਈ ਦਿੰਦਾ, ਜਿਵੇਂ ਕਿ ਹਾਂਜੀ ਪਲੀਜ਼। ਤਾਂ ਆਪਣੇ ਕੋਲ ਇਹ ਲੋਗੋ ਦੇ ਨਾਲ ਜੋ ਆਪਣਾ ਪਰਟੀਕੂਲਰ ਲੋਗੋ ਇੱਥੇ ਚੱਲ ਰਿਹਾ ਹੈ ਹਰ ਸਲਾਈਡ ਦੇ ਉੱਤੇ, ਆ ਤੁਸੀਂ ਦੇਖ ਸਕਦੇ ਹੋ। ਇਹਦੇ ਨਾਲ ਤੁਹਾਨੂੰ ਐਪ ਮਿਲੂਗੀ ਪਲੇ ਸਟੋਰ ਦੇ ਉੱਤੇ। ਇਹ ਐਂਡਰੋਇਡ 'ਤੇ ਹੁਣੀ ਅਵੇਲੇਬਲ ਹੈ, ਅਤੇ ਜਿਹੜਾ ਆਪਣਾ ਐਪਲ ਦਾ ਫ਼ੋਨ ਹੋਏਗਾ, ਆਈਫੋਨ, ਉਹਦੇ 'ਤੇ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਇਹ ਅਵੇਲੇਬਲ ਹੋ ਜਾਏਗੀ ਪਰਟੀਕੂਲਰ। ਪਰ ਜੇ ਉਹ ਹੁਣ ਵੀ ਯੂਜ਼ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਉਹਦਾ ਤਰੀਕਾ ਹੋਰ ਹੈ। ਜੇ ਕੋਈ ਡਾਊਨਲੋਡ ਕਰਨਾ ਚਾਹੁੰਦਾ ਤਾਂ ਉਹ ਮੇਰੇ ਨਾਲ ਫ਼ੋਨ 'ਤੇ ਗੱਲ ਕਰ ਸਕਦਾ ਆਹ ਨੰਬਰ ਦੇ ਉੱਤੇ, ਤਾਂ ਮੈਂ ਉਹਨਾਂ ਨੂੰ ਸਮਝਾ ਦੂੰਗਾ ਕਿ ਕਿਵੇਂ ਡਾਊਨਲੋਡ ਕਰਨੀ ਆ। ਇਹਦੇ ਵਿੱਚ ਫਾਇਦੇ ਕੀ ਹੋਣ ਵਾਲੇ ਨੇ ਡਾਊਨਲੋਡ ਕਰਨ ਨਾਲ। ਦੇਖੋ, ਇੱਕ ਤਾਂ ਟੈਸਟ ਸੀਰੀਜ਼ ਹੈ, ਠੀਕ ਹੈ। ਟੈਸਟ ਸੀਰੀਜ਼ ਇਨ ਦਾ ਸੈਂਸ ਪ੍ਰੈਕਟਿਸ ਸੀਰੀਜ਼ ਕਹਿ ਲਓ। ਜਿਵੇਂ ਮੈਂ ਕੰਪਿਊਟਰ ਦੀ ਸ਼ੁਰੂ ਕੀਤੀ ਹੈ, ਉਹਦੇ ਵਿੱਚ 10-10, 15-15 ਸਵਾਲ ਰੋਜ਼ ਦਾ ਇੱਕ ਜਾਂ ਦੋ ਟੈਸਟ ਉਹ ਕੰਟੀਨਿਊਸਲੀ ਹੁਣ ਉਹਦੇ 'ਚ ਅਪਲੋਡ ਹੁੰਦੇ ਜਾਣਗੇ ਤਾਂ ਕਿ ਤੁਸੀਂ ਪ੍ਰੈਕਟਿਸ ਕਰ ਸਕੋ। ਇੰਗਲਿਸ਼ ਦੇ, ਪੰਜਾਬੀ ਦੇ, ਫਿਰ ਤੁਹਾਡੇ ਇਹਦੇ ਕੰਪਿਊਟਰ ਦੇ ਹੋ ਗਏ, ਉਸ ਤੋਂ ਬਾਅਦ ਪੋਲਿਟੀ ਦੇ ਸਬਜੈਕਟਾਂ ਦੇ ਐਵੇਂ ਆਉਣਗੇ। ਤਾਂ ਟੈਸਟ ਵਾਲਾ ਇੱਕ ਤਾਂ ਤੁਹਾਨੂੰ ਫਾਇਦਾ ਹੋਊ, ਉਹ ਟੋਟਲੀ ਫ੍ਰੀ ਨੇ, ਉਹਦੀ ਕੋਈ ਕੋਸਟ ਨਹੀਂ, ਕੁਛ ਨਹੀਂ ਹੋਏਗਾ, ਠੀਕ ਹੈ। ਜਿੰਨੀਆਂ ਇਹ PDFs ਆਪਾਂ ਪੜ੍ਹਾ ਰਹੇ ਹਾਂ, ਤੁਹਾਨੂੰ PDF ਚਾਹੀਦੀ ਹੈ। PDF ਜੇ ਤੁਹਾਨੂੰ ਪ੍ਰਿੰਟੇਬਲ ਫਾਰਮ 'ਚ ਚਾਹੀਦੀ ਹੈ, ਜਿਹਨੂੰ ਤੁਸੀਂ ਪ੍ਰਿੰਟ ਕਰ ਸਕੋ, ਤਾਂ ਤੁਸੀਂ ਐਪ ਦੇ ਉੱਤੇ ਜਾ ਕੇ ਇਹਦੇ 'ਤੇ ਜਦੋਂ ਤੁਸੀਂ ਅੱਗੇ ਜਾਓਗੇ ਤਾਂ ਤੁਹਾਡੇ ਕੋਲ ਇੱਥੇ ਤੁਹਾਨੂੰ ਕਲਿੱਕ ਕਰਨਾ ਪਊ। ਆ ਜਿਹੜਾ ਲੈਫਟ ਹੈਂਡ ਸਾਈਡ 'ਤੇ ਟੌਪ 'ਤੇ ਕਾਰਨਰ 'ਤੇ ਤੁਹਾਨੂੰ ਦਿਖ ਰਿਹਾ, ਇਹ ਤੋਂ ਬਾਅਦ ਤੁਹਾਡੇ ਕੋਲ ਆਹ ਚੀਜ਼ ਖੁੱਲ੍ਹ ਜਾਏਗੀ। ਟੈਸਟ ਲਾਉਣਾ ਚਾਹੁੰਦੇ ਹੋ ਤਾਂ ਫ੍ਰੀ ਟੈਸਟ ਦੇ ਉੱਤੇ ਜਾਓ। ਟੈਸਟ ਸਿੱਧੇ ਹੀ ਐਪ ਦੇ ਵਿੱਚ ਹੀ ਤੁਸੀਂ ਟਾਈਮ ਚੱਲੂਗਾ, ਟਾਈਮਰ ਚੱਲੂਗਾ, ਉੱਥੇ ਟੈਸਟ ਦੇ ਸਕਦੇ ਹੋ। ਜੇ ਤੁਸੀਂ ਸਟੱਡੀ ਮਟੀਰੀਅਲ ਲੈਣਾ ਚਾਹੁੰਦੇ ਹੋ, ਯਾਨੀ ਕਿ PDF ਲੈਣਾ ਚਾਹੁੰਦੇ ਹੋ, ਤਾਂ ਸਟੱਡੀ ਮਟੀਰੀਅਲ ਦੇ ਵਿੱਚ ਜਾਇਓ। ਉੱਥੇ ਜਾ ਕੇ ਤੁਹਾਨੂੰ PDFs ਮਿਲ ਜਾਣਗੀਆਂ, ਤੁਸੀਂ ਡਾਊਨਲੋਡ ਕਰ ਸਕਦੇ ਹੋ। ਤਾਂ ਇਹ ਕੁੱਲ ਪ੍ਰੋਸੈਸਰ ਹੋਊਗਾ ਉਸ ਚੀਜ਼ ਦਾ। ਅੱਜ ਜਿਵੇਂ ਇਹਨੂੰ ਖੋਲੋਗੇ ਤਾਂ ਤੁਹਾਨੂੰ ਐਵੇਂ PDF ਦਿਖੇ ਮਿਲਣਗੇ ਜਿਹੜੇ ਸਾਰੇ ਪੰਜਾਬ ਦੇ ਜਿਹੜਾ ਆਪਾਂ ਆਲਰੇਡੀ ਕਵਰ ਕੀਤਾ ਹੈ। ਸੋ ਇਹ ਪ੍ਰੋਸੈਸ ਹੈ ਜਿਹੜਾ ਤੁਸੀਂ, ਅਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਕਿਹੜੇ ਮੈਂ ਕੋਰਸ ਲੈ ਕੇ ਆ ਰਹੇ ਹਾਂ। ਜਿਵੇਂ ਤੁਹਾਨੂੰ ਮੈਂ ਆਲਰੇਡੀ ਦੱਸਿਆ ਸੀਗਾ ਕਿ ਇਸ ਐਪ ਦੇ ਉੱਤੇ ਤੁਹਾਨੂੰ ਜਿਵੇਂ ਖਾਸ ਕਰ ਇੰਗਲਿਸ਼ ਅਤੇ ਪੰਜਾਬੀ ਵਿਆਕਰਨ ਦੇ ਕੋਰਸ ਦੀ ਬਹੁਤ ਡਿਮਾਂਡ, ਬਹੁਤ ਸਟੂਡੈਂਟਸ ਵੱਲੋਂ ਕੁਐਰੀਜ਼ ਆਈਆਂ ਨੇ ਕਿ ਉਹਦਾ ਕੋਰਸ ਇੰਡੀਵਿਜੂਅਲੀ ਸਾਨੂੰ ਚਾਹੀਦਾ ਜੀ। ਤਾਂ ਪੰਜਾਬੀ ਵਿਆਕਰਨ ਦਾ ਕੋਰਸ ਅਤੇ ਇੰਗਲਿਸ਼ ਦਾ ਖਾਸ ਕਰਕੇ ਕੋਰਸ, ਉਹ ਵੀ ਬਹੁਤ ਹੀ ਨੋਮੀਨਲ ਜੀ ਕੋਸਟ ਦੇ ਉੱਤੇ ਮੈਂ ਬਹੁਤ ਜਲਦ ਇਸ ਆਪਣੀ ਐਪ ਦੇ ਉੱਤੇ ਲਾਂਚ ਕਰਨ ਜਾ ਰਿਹਾ। ਤਾਂ ਜੇ ਕਿਸੇ ਨੂੰ ਰਿਕੁਆਇਰਮੈਂਟ ਹੋਊਗੀ ਤਾਂ ਤੁਸੀਂ ਉਸ ਕੋਰਸ ਦੇ ਵਿੱਚ ਐਨਰੋਲ ਹੋ ਸਕਦੇ ਹੋ। ਬਾਕੀ ਜੋ ਆਪਣੀਆਂ ਸੀਰੀਜ਼ ਹੈਗੀਆਂ ਨੇ, ਇਹ ਤਾਂ ਕੰਟੀਨਿਊਸਲੀ ਇਸੇ ਫਾਰਮ ਦੇ ਵਿੱਚ ਚੱਲਦੀਆਂ ਰਹਿਣੀਆਂ ਨੇ। ਜਿਹੜੀ ਆਪਣੀ YouTube ਦੇ ਉੱਤੇ ਫ੍ਰੀ ਸੀਰੀਜ਼ ਆਪਾਂ ਨੇ ਸ਼ੁਰੂ ਕੀਤੀ ਹੈ, ਇਹ ਸਬਜੈਕਟ ਬਾਈ ਸਬਜੈਕਟ ਚੱਲੀ ਜਾਣਗੀਆਂ। ਜਿਵੇਂ ਜਿਵੇਂ ਸਬਜੈਕਟ ਖਤਮ ਹੋਈ ਜਾਣਗੇ, ਅਗਲਾ ਸਬਜੈਕਟ ਸ਼ੁਰੂ ਹੋ ਜਾਊਗਾ, ਠੀਕ ਹੈ। ਜਿਵੇਂ ਜਿਵੇਂ ਸਟੂਡੈਂਟਸ ਦੀ ਡਿਮਾਂਡ ਹੋਊ, ਉਹਦੇ ਹਿਸਾਬ ਨਾਲ ਆਪਾਂ ਸਬਜੈਕਟ ਬਾਏ ਸਬਜੈਕਟ ਕਵਰ ਕਰਦੇ ਜਾਵਾਂਗੇ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ। ਸੋ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਜਿਹੜਾ, ਦੈਟ ਇਜ਼, ਉਹ ਕੀ ਹੈ। ਪਹਿਲਾ ਸਵਾਲ ਹੈਗਾ ਜੀ ਆਪਣਾ ਕਿ ਭਾਰਤੀ ਪਾਰਲੀਮੈਂਟ ਜਿਹੜੀ ਸੰਸਦ ਹੈਗੀ ਹੈ, ਹੈਜ਼ ਪਾਵਰ ਟੂ ਕ੍ਰੀਏਟ ਨਿਊ ਸਟੇਟ ਅੰਡਰ ਵਿਚ ਆਫ ਦਾ ਫੋਲੋਇੰਗ ਕੌਨਸਟੀਟਿਊਸ਼ਨਲ ਆਰਟੀਕਲ ਕਹਿ ਲਓ ਜਾਂ ਕੌਨਸਟੀਟਿਊਸ਼ਨਲ ਪ੍ਰੋਵੀਜ਼ਨ ਕਹਿ ਲਓ। ਮਤਲਬ ਭਾਰਤੀ ਸੰਸਦ ਨੂੰ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਅਧੀਨ ਨਵਾਂ ਰਾਜ ਬਣਾਉਣ ਦਾ ਅਧਿਕਾਰ ਹੈ। ਦੇਖੋ, ਇਹਦਾ ਉੱਤਰ ਬਣਦਾ ਸਾਡੇ ਕੋਲ ਆਰਟੀਕਲ ਅਨੁਛੇਦ 3। ਦੇਖੋ, ਆਰਟੀਕਲ 1, ਆਰਟੀਕਲ 2, ਆਰਟੀਕਲ 3 ਅਤੇ ਆਰਟੀਕਲ 4, ਇਹ 4 ਆਰਟੀਕਲ ਸਾਡੇ ਕੋਲ ਯੂਨੀਅਨ ਐਂਡ ਇਟਸ ਟੈਰੀਟਰੀ, ਮਤਲਬ ਕੇਂਦਰ ਅਤੇ ਉਹਦਾ ਖੇਤਰ, ਇਹਦੇ ਬਾਰੇ ਦੱਸਦੇ ਨੇ। ਪਹਿਲਾ ਆਰਟੀਕਲ ਸਾਨੂੰ ਦੱਸਦਾ ਜਿਹਦੇ ਵਿੱਚ ਲਿਖਿਆ ਹੁੰਦਾ ਇੰਡੀਆ ਦੈਟ ਇਜ਼ ਭਾਰਤ। ਪੇਪਰ 'ਚ ਸਵਾਲ ਆਉਂਦਾ ਹੁੰਦਾ ਕਿ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਦੇਸ਼ ਨੂੰ ਕਿਹੜੇ ਨਾਮ ਨਾਲ ਬੁਲਾਇਆ ਗਿਆ।
ਤਾਂ ਉਹਦੇ 'ਚ ਇੰਡੀਆ ਵੀ ਕਿਹਾ ਗਿਆ, ਪਹਿਲੇ ਹੀ ਆਰਟੀਕਲ 'ਚ ਹੈ, ਪਹਿਲੀ ਅਨੁਛੇਦ 'ਚ ਹੈ, ਭਾਰਤ ਵੀ ਇਹਨੂੰ ਕਿਹਾ ਹੈ, ਤਾਂ ਦੋਨੋਂ ਨਾਮਾਂ ਨਾਲ ਬੁਲਾਇਆ ਗਿਆ। ਭਾਰਤ ਇਹਦਾ ਆਪਣਾ ਯਾਨੀ ਕਿ ਕੁਛ ਟੈਰੀਟਰੀ ਹੋਊਗੀ, ਜਿਹਦੇ ਵਿੱਚ ਸਟੇਟਸ ਹੋਣਗੀਆਂ, ਯੂਨੀਅਨ ਟੈਰੀਟਰੀਜ਼ ਹੋਣਗੀਆਂ। ਬੇਸਿਕਲੀ 4 ਤਰ੍ਹਾਂ ਦੀ ਟੈਰੀਟਰੀ ਦੀ ਗੱਲ ਕੀਤੀ ਜਾਂਦੀ ਹੈ, 3-4 ਤਰ੍ਹਾਂ ਦੀ। ਇੱਕ ਤਾਂ ਟੈਰੀਟਰੀ ਸਟੇਟਸ ਹੋ ਗਈਆਂ, ਯਾਨੀ ਕਿ ਸੂਬੇ। ਇੱਕ ਟੈਰੀਟਰੀ ਦੇ ਵਿੱਚ ਆਉਂਦੇ ਆ ਸਾਡੇ ਕੋਲ ਯੂਟੀਜ਼, ਜਿਹਨੂੰ ਅਸੀਂ ਬੋਲਦੇ ਨੇ ਕੇਂਦਰ ਸ਼ਾਸਿਤ ਪ੍ਰਦੇਸ਼, ਠੀਕ ਹੈ, ਯਾਨੀ ਕਿ ਯੂਨੀਅਨ ਟੈਰੀਟਰੀ, ਜਿਵੇਂ ਚੰਡੀਗੜ੍ਹ ਹੋ ਗਈ, ਦਿੱਲੀ ਹੋ ਗਈ, ਪੁਡੂਚੇਰੀ ਹੋ ਗਈ, ਹੈ ਨਾ, ਦਮਨ ਐਂਡ ਦਿਊ ਹੋ ਗਈ, ਇਹ ਸਾਰੀਆਂ, ਠੀਕ ਹੈ, ਅੰਡੇਮਾਨ ਨਿਕੋਬਾਰ ਹੋ ਗਈ। ਅਤੇ ਇਵੇਂ ਹੀ ਸਾਡੇ ਕੋਲ ਇੱਕ ਚੀਜ਼, ਅੱਛਾ ਇਹਦੇ 'ਚ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ ਕੋਲ, ਜੇ ਮੈਂ ਤੁਹਾਨੂੰ ਅੱਜ ਦੇ ਕੰਟੈਕਸਟ 'ਚ ਸਵਾਲ ਪੁੱਛਾਂ ਕਿ ਕਿੰਨੀਆਂ ਇਹੋ ਜਿਹੀਆਂ ਯੂਨੀਅਨ ਟੈਰੀਟਰੀਜ਼ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੈਗੇ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਬਣਦੀ ਹੈ, ਦੇਖੋ ਇਸ ਤੋਂ ਪਹਿਲਾਂ ਤਾਂ 2 ਹੀ ਸੀਗੀਆਂ। ਪਹਿਲੀ ਸੀਗੀ ਸਾਡੇ ਕੋਲ ਦਿੱਲੀ, ਅਤੇ ਦੂਜੀ ਸੀਗੀ ਸਾਡੇ ਕੋਲ ਪੁਡੂਚੇਰੀ, ਠੀਕ ਹੈ। ਪਰ ਹੁਣ ਤੀਸਰੀ ਜੇ ਤੁਹਾਨੂੰ ਪਤਾ ਹੋਵੇ ਤਾਂ ਜੰਮੂ ਐਂਡ ਕਸ਼ਮੀਰ ਵੀ ਤਾਂ ਹੋ ਗਈ। ਜੰਮੂ ਐਂਡ ਕਸ਼ਮੀਰ ਨੂੰ ਸਰਕਾਰ ਨੇ 2019 ਦੇ ਬਿੱਲ ਦੇ ਅਕੋਰਡਿੰਗਲੀ ਤੋੜਤਾ। ਜਿਹੜੀ ਪੂਰੀ ਸਟੇਟ ਸੀ, ਸੂਬਾ ਸੀ, ਉਹਨੂੰ ਤੋੜ ਕੇ 2 ਯੂਨੀਅਨ ਟੈਰੀਟਰੀਜ਼ ਬਣਾਤੀਆਂ ਕੇਂਦਰ ਸ਼ਾਸਿਤ ਪ੍ਰਦੇਸ਼। ਇੱਕ ਦਾ ਨਾਮ ਜੰਮੂ ਕਸ਼ਮੀਰ ਹੈ, ਦੂਜੀ ਦਾ ਨਾਮ ਲਦਾਖ ਹੈ। ਲਦਾਖ ਸਿੱਧੀ ਕੇਂਦਰ ਦੇ ਅੰਡਰ ਹੋਊਗੀ, ਉੱਥੇ ਪ੍ਰੈਜ਼ੀਡੈਂਟ ਆਪਦੇ ਕਿਸੇ ਬੰਦੇ ਨੂੰ ਭੇਜੂਗਾ, ਜਿਹਨੂੰ LG ਕਹਿ ਦਿੰਦੇ ਨੇ, ਲੈਫਟੀਨੈਂਟ ਗਵਰਨਰ ਕਹਿ ਦਿੰਦੇ ਨੇ, ਉਹਨੂੰ ਉੱਥੋਂ ਦੇ ਪ੍ਰਸ਼ਾਸਨ ਨੂੰ ਚਲਾਉਂਦਾ ਹੈ। ਅਤੇ ਜਿਹੜਾ ਜੰਮੂ ਐਂਡ ਕਸ਼ਮੀਰ ਹੈ, LG ਉੱਥੇ ਵੀ ਲੱਗੂਗਾ ਦਿੱਲੀ ਵਾਂਗੂ, ਜਿਵੇਂ ਦਿੱਲੀ 'ਚ ਲੱਗਿਆ ਹੋਇਆ, ਪਰ ਜੰਮੂ ਐਂਡ ਕਸ਼ਮੀਰ ਦੀ ਹਾਲੇ ਤੱਕ ਅਸੈਂਬਲੀ ਜਿਹੜੀ ਹੈਗੀ ਆ ਉਹ ਉਵੇਂ ਹੀ ਹੈ। ਮਤਲਬ ਉੱਥੇ ਚੋਣਾਂ ਹੋਣ ਤੋਂ ਬਾਅਦ ਉੱਥੇ MLA ਵੀ ਚੁਣੀ ਜਾਣਗੇ ਅਤੇ ਉੱਥੇ ਵਿਧਾਨ ਸਭਾ ਬਣੂਗੀ। ਤਾਂ ਕਰਕੇ 3 ਇਹੋ ਜਿਹੀਆਂ ਯੂਨੀਅਨ ਟੈਰੀਟਰੀਜ਼ ਹੋ ਗਈਆਂ। ਪਹਿਲਾਂ ਸਾਡੇ ਜੇ 29 ਸਟੇਟਾਂ ਸੀ ਤਾਂ ਹੁਣ ਉਹ ਸਟੇਟਾਂ ਘੱਟ ਕੇ ਸਾਡੇ ਕੋਲ 28 ਰਹਿ ਗਈਆਂ, ਕਿਉਂਕਿ ਇੱਕ ਸਟੇਟ ਖਤਮ ਹੋ ਗਈ ਹੁਣ, ਜਿਹਨੂੰ ਕਿ ਯੂਨੀਅਨ ਟੈਰੀਟਰੀਜ਼ ਦੇ ਵਿੱਚ ਬਦਲਤਾ। ਹੁਣ ਮੈਂ ਆਰਟੀਕਲਾਂ 'ਤੇ ਮੁੜਦਾ, ਤਾਂ ਇਹ ਹੋ ਗਿਆ, ਦੂਜੀ ਯੂਨੀਅਨ ਟੈਰੀਟਰੀ ਹੋ ਗਈ। ਤੀਜੀ ਐਕਵਾਇਰਡ ਟੈਰੀਟਰੀ। ਐਕਵਾਇਰਡ ਟੈਰੀਟਰੀ ਦਾ ਮਤਲਬ ਪਤਾ ਕੀ ਹੁੰਦਾ? ਕੋਈ ਇਹੋ ਜਿਹੀ ਜ਼ਮੀਨ, ਜਿਵੇਂ ਅਸੀਂ ਫਰਜ਼ ਕਰੋ ਪਾਕਿਸਤਾਨ ਨਾਲ ਕੱਲ੍ਹ ਨੂੰ ਲੜਾਈ ਲੱਗ ਜੇ, ਪਾਕਿਸਤਾਨ 'ਤੇ ਅਸੀਂ ਹਮਲਾ ਕਰਕੇ ਪਾਕਿਸਤਾਨ ਤੋਂ ਜਿੱਤ ਲੈਂਦੇ ਹਾਂ, ਉਹਦੇ ਕੋਈ ਹਿੱਸੇ ਨੂੰ ਅਸੀਂ ਕਬਜ਼ੇ 'ਚ ਕਰ ਲਈਏ, ਜ਼ਮੀਨ ਦੇ ਹਿੱਸੇ ਨੂੰ, ਤਾਂ ਉਹਨੂੰ ਅਸੀਂ ਬੋਲ ਦਿੰਦੇ ਹਾਂ ਬੇਸਿਕਲੀ ਕਿ ਐਕਵਾਇਰਡ ਟੈਰੀਟਰੀ, ਠੀਕ ਹੈ। ਤਾਂ ਐਕਵਾਇਰਡ ਟੈਰੀਟਰੀ ਵੀ ਇਹਦੇ ਵਿੱਚ ਇਨਕਲੂਡ ਹੋਏਗੀ। ਤਾਂ ਇਹ ਸਾਰੀ ਚੀਜ਼ਾਂ ਯੂਨੀਅਨ ਐਂਡ ਇਟਸ ਟੈਰੀਟਰੀ ਦੇ ਅੰਡਰ ਆਉਂਦੀਆਂ ਨੇ, ਜਿਹੜੀਆਂ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ। ਤਾਂ ਹੁਣ ਆਰਟੀਕਲ 1 ਕੀ ਕਹਿੰਦਾ ਹੈ? ਅਨੁਛੇਦ 1 ਤਾਂ ਸਾਨੂੰ ਬੋਲ ਰਿਹਾ ਕਿ ਯੂਨੀਅਨ ਕੇਂਦਰ ਅਤੇ ਉਹਦਾ ਖੇਤਰ। ਅਨੁਛੇਦ 2 ਬੋਲਦਾ ਹੈ ਕਿ ਤੁਸੀਂ ਕਿਸੇ ਵੀ ਦੇਸ਼ ਦੇ ਉੱਤੇ ਜੇ ਕਬਜ਼ਾ ਕਰਦੇ ਹੋ ਤਾਂ ਉਹਦੀ ਜਿਹੜੀ ਟੈਰੀਟਰੀ ਤੁਸੀਂ ਜਿੱਤਦੇ ਹੋ, ਜਿੱਤਣ ਤੋਂ ਬਾਅਦ ਸੰਸਦ ਕੋਲੇ, ਪਾਰਲੀਮੈਂਟ ਕੋਲੇ, ਸੰਸਦ ਕੋਲੇ ਇਹ ਪਾਵਰ ਹੈ ਕਿ ਉਹ ਉਸ ਟੈਰੀਟਰੀ ਨੂੰ ਨਵੀਂ ਸਟੇਟ ਵੀ ਬਣਾ ਸਕਦੀ ਹੈ। ਹੋ ਸਕਦਾ ਉਸ ਸਟੇਟ ਨੂੰ ਨਵਾਂ ਕੋਈ ਨਾਮ ਦੇ ਦਿੱਤਾ ਜਾਵੇ। ਇਹ ਵੀ ਹੋ ਸਕਦਾ ਕਿ ਆਲਰੇਡੀ ਤੁਹਾਡੇ ਮੌਜੂਦ ਕਿਸੇ ਸਟੇਟ ਦੇ ਵਿੱਚ, ਸੂਬੇ ਦੇ ਵਿੱਚ ਹੀ ਉਹਨੂੰ ਜੋੜ ਦਿੱਤਾ ਜਾਵੇ। ਉਦਾਹਰਨ ਦੇ ਤੌਰ 'ਤੇ ਹੁਣ ਫਰਜ਼ ਕਰੋ, ਮੰਨ ਲਓ ਸਾਡੇ ਮਿਲਟਰੀ ਨੇ ਹਮਲਾ ਕੀਤਾ ਪਾਕਿਸਤਾਨ 'ਤੇ, ਪਾਕਿਸਤਾਨ ਪੰਜਾਬ ਜਿੱਤ ਲਿਆ। ਹੁਣ ਪਾਕਿਸਤਾਨ ਪੰਜਾਬ ਤਾਂ ਬਿਲਕੁਲ ਸਾਡੇ ਪੰਜਾਬ ਦੇ ਨਾਲ ਲੱਗਦਾ, ਤਾਂ ਇਹਦਾ ਮਤਲਬ ਕੱਲ੍ਹ ਨੂੰ ਹੋ ਸਕਦਾ ਕਿ ਇਹ ਇਹਦੀ ਮਰਜ਼ੀ ਹੈ ਕੇਂਦਰ ਦੀ ਵੀ ਨਹੀਂ ਮਰਜ਼ੀ, ਪਾਰਲੀਮੈਂਟ ਦੀ ਮਰਜ਼ੀ ਚੱਲੂਗੀ, ਸੰਸਦ ਦੀ, ਕਿ ਸੰਸਦ ਚਾਹਵੇ ਤਾਂ ਉਹ ਪੰਜਾਬ ਨੂੰ ਸਾਡੇ ਪੰਜਾਬ ਨਾਲ ਜੋੜ ਕੇ ਕਹਿ ਸਕਦਾ ਕਿ ਹੁਣ ਤੋਂ ਇਹ ਪੰਜਾਬ ਇੰਡੀਆ ਵਾਲੇ ਪੰਜਾਬ ਦਾ ਹੀ ਹਿੱਸਾ ਹੈ। ਹੋ ਸਕਦਾ ਉਹਨੂੰ ਪੰਜਾਬ 2 ਕਰਕੇ, ਇਹਨੂੰ ਸਾਡੇ ਨਾਲ ਪੰਜਾਬ 1 ਕਰਕੇ ਕੋਈ ਨਵਾਂ ਸੂਬਾ ਬਣਾ ਦੇ। ਤਾਂ ਇਹ ਪਾਵਰ ਪੂਰੀ ਕਿਹਦੇ ਕੋਲ ਆ? ਪਾਰਲੀਮੈਂਟ ਕੋਲ ਆ। ਤੀਜਾ ਆਰਟੀਕਲ ਸਾਡੇ ਕੋਲ ਕੀ ਕਹਿੰਦਾ ਹੈ? ਤੀਜਾ ਆਰਟੀਕਲ ਇਹ ਗੱਲ ਕਰਦਾ ਹੈ ਕਿ ਭਾਈ ਪਾਰਲੀਮੈਂਟ ਕੋਲ ਸ਼ਕਤੀ ਹੈ, ਸੰਸਦ ਕੋਲ ਇਹ ਸ਼ਕਤੀ ਹੈ, ਉਹ ਕਿਸੇ ਵੀ ਸੂਬੇ ਦੀ ਖੇਤਰ ਨੂੰ ਵਧਾ ਵੀ ਸਕਦਾ, ਖੇਤਰ ਨੂੰ ਘਟਾ ਵੀ ਸਕਦਾ। ਉਹ ਕਿਸੇ ਸੂਬੇ ਨੂੰ 2 ਹਿੱਸਿਆਂ 'ਚ ਤੋੜ ਵੀ ਸਕਦਾ। ਉਹ ਕਿਸੇ ਸੂਬਿਆਂ ਨੂੰ 2 ਨੂੰ ਜੋੜ ਕੇ ਇੱਕ ਸੂਬਾ ਵੀ ਬਣਾ ਸਕਦਾ। ਮਤਲਬ ਆਹ ਸਾਰੀ ਪਾਵਰ ਸੰਸਦ ਕੋਲ ਹੈ। ਅਤੇ ਅਗਲੀ ਖਾਸ ਗੱਲ, ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ, ਉਹ ਲਿਖੀ ਹੋਈ ਆ ਆਰਟੀਕਲ 4 'ਚ। ਆਰਟੀਕਲ 4 ਕੀ ਕਹਿੰਦਾ ਸਾਨੂੰ? ਆਰਟੀਕਲ 4 ਇਹ ਕਹਿੰਦਾ ਕਿ ਆਹ ਸਾਰੀਆਂ ਚੀਜ਼ਾਂ ਕਰਨ ਲਈ, ਜੋ ਮੈਂ ਆਰਟੀਕਲ 2 'ਚ ਬੋਲੀਆਂ ਅਤੇ ਜੋ ਮੈਂ ਆਰਟੀਕਲ 3 'ਚ ਬੋਲੀਆਂ, ਉਹ ਸਾਰੀਆਂ ਕਰਨ ਵਾਸਤੇ ਸਾਨੂੰ ਕਿਸੇ ਸੰਵਿਧਾਨਕ ਸੋਧ ਦੀ ਲੋੜ ਨਹੀਂ ਹੈਗੀ, ਅਮੈਂਡਮੈਂਟ ਕਰਨ ਦੀ ਲੋੜ ਨਹੀਂ ਹੈਗੀ। ਇੱਕ ਸਧਾਰਨ ਜਿਹਾ ਬਿੱਲ ਲਿਆ ਕੇ ਸੰਸਦ ਦੇ ਵਿੱਚ ਅਤੇ ਦੋਨਾਂ ਹਾਊਸਾਂ ਤੋਂ, ਰਾਜ ਸਭਾ, ਲੋਕ ਸਭਾ ਤੋਂ ਪਾਸ ਕਰਾ ਕੇ, ਇਹਨੂੰ ਸਿੰਪਲੀ ਇੱਕ ਕਾਨੂੰਨ ਬਣਾ ਕੇ ਇਹ ਦੋਨੇ ਕਾਰਨਾਮੇ ਕਰੇ ਜਾ ਸਕਦੇ ਨੇ। ਮਤਲਬ ਆਪਦੀ ਸਟੇਟ ਨੂੰ ਤੋੜਿਆ ਜੋੜਿਆ, ਵਧਾਇਆ ਘਟਾਇਆ ਜਾ ਸਕਦਾ, ਅਤੇ ਬਾਹਰਲੀ ਸਟੇਟ ਨੂੰ ਸਾਡੇ ਇੱਥੇ ਮਿਲਾਇਆ ਜਾ ਸਕਦਾ। ਤਾਂ ਇਹ ਇੱਕ ਇੰਪੋਰਟੈਂਟ ਹੈ। ਚਾਰੋਂ ਆਰਟੀਕਲ ਮੈਂ ਕਹਿੰਦਾ ਰਟੇ ਪਏ ਹੋਣ, ਉਂਗਲਾਂ 'ਤੇ ਹੋਣ, ਅਤੇ ਮੈਂ ਉਮੀਦ ਕਰਦਾ ਕਿ ਚਾਰੋਂ ਆਰਟੀਕਲ ਤੁਹਾਨੂੰ ਸਮਝ ਲੱਗ ਗਏ ਹੋਣਗੇ ਵੀ ਕਿਹੜੇ ਆਰਟੀਕਲ ਦੇ ਵਿੱਚ ਕੀ ਗੱਲ ਕੀਤੀ ਗਈ ਹੈ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਤਾਂ ਇੱਥੋਂ ਤਾਂ ਹੁਣ ਸਵਾਲ 'ਚ ਤਾਂ ਕੁਛ ਵੀ ਨਹੀਂ ਰਹਿ ਗਿਆ ਸੀਗਾ। ਨਵਾਂ ਰਾਜ ਬਣਾਉਣ ਦੀ ਗੱਲ
ਕਿੱਥੇ ਕੀਤੀ ਹੈ ਕਿ ਨਵਾਂ ਰਾਜ ਬਣਾਇਆ ਜਾ ਸਕਦਾ, ਤੋੜਿਆ ਜਾ ਸਕਦਾ, ਵਧਾਇਆ ਜਾ ਸਕਦਾ, ਸਾਰਾ ਹੀ ਤਾਂ ਆਰਟੀਕਲ 3 'ਚ ਗੱਲ ਕੀਤੀ ਗਈ ਹੈ। ਆ ਜਾਓ, ਪਾਵਰ ਟੂ ਕਾਰਵ ਆਊਟ ਨਿਊ ਸਟੇਟ ਇਜ਼ ਵੈਸਟਡ ਇਨ, ਨਵਾਂ ਰਾਜ ਬਣਾਉਣ ਦੀ ਸ਼ਕਤੀ। ਠੀਕ ਹੈ, ਵੀ ਨਵਾਂ ਕਾਰਵ ਕਰਨ ਦਾ ਮਤਲਬ ਹੁੰਦਾ ਕਿਸੇ ਸਟੇਟ 'ਚੋਂ ਕੱਢ ਕੇ ਹਿੱਸਾ ਨਵਾਂ ਬਣਾਉਣਾ। ਤਾਂ ਨਵਾਂ ਸਟੇਟ ਬਣਾਉਣ ਦੀ ਸ਼ਕਤੀ ਕਿਹਦੇ ਕੋਲ ਹੈ? ਮੈਂ ਹੁਣੀ ਤਾਂ ਦੱਸੀ ਹੈ। ਨਾ ਇਹ ਪ੍ਰੈਜ਼ੀਡੈਂਟ ਕੋਲ ਹੈ, ਨਾ ਇਹ ਕਾਊਂਸਲ ਆਫ ਮਿਨਿਸਟਰਾਂ ਕੋਲ ਹੈ ਜਿਹੜੀ ਸਾਡਾ ਮੰਤਰੀ ਮੰਡਲ ਹੈ, ਅਤੇ ਨਾ ਹੀ ਕੋਈ ਜਿਹੜਾ ਸਟੇਟ ਰੀਆਰਗਨਾਈਜੇਸ਼ਨ ਵਾਸਤੇ ਕਮਿਸ਼ਨ ਬਣਦਾ ਉਹਦੇ ਕੋਲ ਹੈ। ਇਹ ਸਿੰਪਲੀ ਕਿਹਦੇ ਕੋਲ ਹੈ? ਸੰਸਦ ਕੋਲ ਹੈ। ਇੱਥੇ ਕੇਂਦਰ ਵੀ ਲਿਖਿਆ ਆ ਸਕਦਾ ਆਪਸ਼ਨ ਦੇ ਵਿੱਚ, ਤਾਂ ਉੱਥੇ ਉਲਝ ਨਾ ਜਾਇਓ। ਕੇਂਦਰ ਅਤੇ ਸੰਸਦ ਦਾ ਕੋਈ ਇੱਕੋ ਮਤਲਬ ਨਹੀਂ ਹੈਗਾ। ਸੰਸਦ 'ਚ ਲੋਕ ਸਭਾ ਰਾਜ ਸਭਾ ਦੋਨੋਂ ਆਉਂਦੀਆਂ ਨੇ। ਕੇਂਦਰ ਸੈਂਟਰ ਸਿਰਫ ਸੈਂਟਰਲ ਗੌਰਮੈਂਟ ਦੀ ਗੱਲ ਹੋ ਰਹੀ ਹੈ, ਜਿਹਦੀ ਕਿ ਤੁਸੀਂ ਮੰਤਰੀ ਮੰਡਲ ਕਹਿ ਸਕਦੇ ਹੋ ਇੱਕ ਤਰੀਕੇ ਨਾਲ। ਕਾਊਂਸਲ ਆਫ ਮਿਨਿਸਟਰਸ ਹੀ ਕੇਂਦਰ ਦੇ ਵਿੱਚ ਬੈਠੇ ਹੁੰਦੇ ਨੇ। ਤਾਂ ਇਹ ਤੁਸੀਂ ਕਨਫਿਊਜ਼ ਨਹੀਂ ਹੋਣਾ ਇਸ ਗੱਲ ਨਾਲ। ਆਨਸਰ ਸੰਸਦ ਹੈ। ਉੱਥੇ ਤੁਸੀਂ ਇਹ 'ਚ ਕਨਫਿਊਜ਼ ਹੋ ਕੇ ਕਿਤੇ ਸੈਂਟਰ ਲਿਖਿਆ ਹੋਵੇ, ਸੈਂਟਰ 'ਤੇ ਤੁਸੀਂ ਟਿਕ ਕਰਿਆ ਹੋ, ਤਾਂ ਦੈਟ ਵਿਲ ਬੀ ਟੋਟਲੀ ਰੋਂਗ, ਗਲਤ ਹੋਏਗਾ। ਠੀਕ ਹੈ, ਤਾਂ ਇਹ ਸਵਾਲ ਬਹੁਤ ਰਿਪੀਟ ਹੁੰਦਾ ਪੇਪਰ ਦੇ ਵਿੱਚ। ਮੈਂ ਉਮੀਦ ਕਰਦਾ ਕਿ ਗੱਲ ਕਲੀਅਰ ਹੋ ਗਈ ਹੋਊ। ਅੱਗੇ ਆ ਜਾਓ, ਕਹਿੰਦਾ ਆਜ਼ਾਦੀ ਤੋਂ ਬਾਅਦ ਭਾਸ਼ਾ ਦੇ ਆਧਾਰ 'ਤੇ ਭਾਰਤੀ ਰਾਜਾਂ ਦਾ ਪੁਨਰ ਗਠਨ ਕਿਸ ਸਾਲ ਕੀਤਾ ਗਿਆ ਸੀ? ਦੇਖੋ, ਵੈਸੇ ਤਾਂ ਇਹਦੇ ਬਾਰੇ ਜੇ ਮੈਂ ਤੁਹਾਨੂੰ ਗੱਲ ਦੱਸਾਂ, ਜਦੋਂ ਸਾਡਾ ਦੇਸ਼ ਆਜ਼ਾਦ ਹੁੰਦਾ ਹੈ, ਠੀਕ ਹੈ, ਉਦੋਂ ਬਾਅਦ ਇਹ ਰੌਲਾ ਪੈਣ ਲੱਗ ਗਿਆ ਸੀਗਾ ਕਿ ਭਾਸ਼ਾ ਦੇ ਆਧਾਰ 'ਤੇ ਵੱਖਰੇ ਵੱਖਰੇ ਸਟੇਟ ਬਣਾਏ ਜਾਣ। ਇਹਨੂੰ ਲੈ ਕੇ 3 ਕਮੇਟੀਆਂ ਬਣੀਆਂ ਨੇ। ਪਹਿਲੀ ਕਮੇਟੀ ਬਣੀ ਸੀਗੀ ਧਾਰ ਕਮੇਟੀ ਕਹਿੰਦੇ ਸੀ ਉਹਨੂੰ, ਧਾਰ ਕਮਿਸ਼ਨ ਕਹਿ ਲਓ ਜਾਂ ਕਮੇਟੀ ਕਹਿ ਲਓ। ਧਾਰ ਕਮੇਟੀ ਲਗਭਗ 1948 'ਚ ਬਣਾਈ ਗਈ। ਧਾਰ ਨੂੰ ਬੋਲਿਆ ਜਵਾਹਰ ਲਾਲ ਨਹਿਰੂ ਹੋਰਾਂ ਨੇ ਵੀ ਧਾਰ ਸਾਹਿਬ ਤੁਸੀਂ ਇਹ ਦੱਸੋ ਸਾਨੂੰ ਵੀ ਭਾਸ਼ਾ ਦੇ ਆਧਾਰ 'ਤੇ ਕੀ ਜਿਹੜੇ ਸਟੇਟ ਕਹਿੰਦੇ ਨੇ ਕਿ ਸਾਨੂੰ ਭਾਸ਼ਾ ਦੇ ਆਧਾਰ 'ਤੇ ਵੱਖ ਕਰ ਦਿੱਤਾ ਜਾਵੇ, ਵੀ ਅਸੀਂ ਜੇ ਪੰਜਾਬੀ ਬੋਲਦੇ ਹਾਂ ਸਾਨੂੰ ਪੰਜਾਬੀ ਇੱਕ ਵੱਖਰੀ ਸਟੇਟ ਦੇ ਦਿਓ, ਜਿਹੜੇ ਕਹਿੰਦੇ ਸੀਗੇ ਅਸੀਂ ਹਿੰਦੀ ਬੋਲਦੇ ਹਾਂ ਸਾਨੂੰ ਹਰਿਆਣਾ ਦੇ ਦਿਓ ਅੱਡ, ਅਤੇ ਜਿਹੜੇ ਕਹਿੰਦੇ ਸੀ ਅਸੀਂ ਤੇਲਗੂ ਬੋਲਦੇ ਹਾਂ ਤਾਂ ਸਾਨੂੰ ਇੱਕ ਵੱਖਰਾ ਆਂਧਰਾ ਪ੍ਰਦੇਸ਼ ਦੇ ਦਿੱਤਾ ਜਾਵੇ, ਚੇਨਈ ਵਾਲੇ ਅੱਡ ਕੱਢ ਦਿੱਤੇ ਜਾਣ। ਤਾਂ ਕੀ ਇਹ ਗੱਲ ਸਹੀ ਹੈ ਕਿ ਗਲਤ ਹੈ? ਤਾਂ ਧਾਰ ਕਮੇਟੀ ਨੇ ਇਸ ਗੱਲ ਨੂੰ ਰਿਜੈਕਟ ਕਰਤਾ ਕਿ ਭਾਸ਼ਾ ਦੇ ਆਧਾਰ 'ਤੇ ਵੱਖਰੇ ਵੱਖਰੇ ਸਟੇਟ ਨਹੀਂ ਕੱਢੇ ਜਾ ਸਕਦੇ। ਇਸ ਤੋਂ ਬਾਅਦ ਫਿਰ ਰੌਲਾ ਹਲੇ ਵੀ ਪੈਂਦਾ ਰਿਹਾ। ਠੀਕ ਹੈ, ਖਾਸ ਕਰ ਸਾਊਥ ਦੇ ਏਰੀਏ ਦੇ ਵਿੱਚ, ਚੇਨਈ ਵਾਲੀ ਸਾਈਡ, ਉੱਥੇ ਬਹੁਤ ਰੌਲਾ ਪਿਆ। ਤੇਲਗੂ ਬੋਲਣ ਵਾਲੇ ਲੋਕਾਂ ਨੇ ਬਹੁਤ ਰੌਲਾ ਪਾਇਆ ਕਿ ਸਾਨੂੰ ਅਲੱਗ ਕੱਢਿਆ ਜਾਵੇ। ਫਿਰ ਇਹਨਾਂ ਨੇ ਡਰਾਮਾ ਕਰਨ ਵਾਸਤੇ ਇੱਕ ਕਮੇਟੀ ਹੋਰ ਬਣਾਈ ਜਿਹਦਾ ਨਾਮ ਸੀਗਾ JVP। ਜੇ 'ਤੇ ਸੀਗਾ ਜਵਾਹਰ ਲਾਲ ਨਹਿਰੂ, ਬੀ 'ਤੇ ਸੀਗਾ ਵੱਲਭ ਭਾਈ ਪਟੇਲ, ਅਤੇ ਪੀ 'ਤੇ ਸੀਗਾ ਪਿਤਾਬੀ ਸੀਤਾਰਮਈਆ। ਤਿੰਨੇ ਕਾਂਗਰਸੀ ਸੀਗੇ। 2 ਦਾ ਨਾਮ ਤਾਂ ਤੁਸੀਂ ਸੁਣਿਆ ਹੋਊ, ਪਿਤਾਬੀ ਸੀਤਾਰਮਈਆ ਤਿਆਰੀ ਵਾਲਾ ਤਾਂ ਸਾਰਿਆਂ ਨੇ ਸੁਣਿਆ ਹੋਊਗਾ, ਕਿਉਂਕਿ ਸੀਤਾਰਮਈਆ ਦੇ ਵੀ ਕਈ ਪੰਗੇ ਰਹੇ ਨੇ। ਆਧੁਨਿਕ ਭਾਰਤ 'ਚ ਗੱਲ ਕਰਾਂਗੇ ਕੀ ਪੰਗੇ ਰਹੇ ਨੇ ਜਦੋਂ ਮਾਡਰਨ ਹਿਸਟਰੀ ਪੜ੍ਹੀ। ਤਾਂ ਇਹ ਤਿੰਨੇ ਕਮੇਟੀ ਬਣਾਉਂਦੇ ਨੇ 1948 ਦੇ ਵਿੱਚ, ਅਤੇ 1949 ਦੇ ਵਿੱਚ ਆਪਦੀ ਕਮੇਟੀ ਆਪਦੇ ਆਪ ਨੂੰ ਹੀ ਰਿਪੋਰਟ ਸੌਂਪ ਲਾਉਂਦੇ ਨੇ। ਮਤਲਬ ਇਹਨਾਂ ਦੀ ਕਮੇਟੀ ਸੀ ਅਤੇ ਰਿਪੋਰਟ ਵੀ ਕੇਂਦਰ 'ਚ ਕੌਣ ਸੀ? ਇਹੀ ਤਾਂ ਸੀਗੇ। ਇਹਨਾਂ ਨੇ ਇਹੋ ਜਿਹਾ ਡਰਾਮਾ ਰਚਿਆ ਕਿ ਆਪ ਹੀ ਰਿਪੋਰਟ ਬਣਾ ਕੇ ਆਪਦੇ ਆਪ ਨੂੰ ਹੀ ਸੌਂਪ ਲਈ। ਠੀਕ ਹੈ, ਕਹਿੰਦੇ ਜੀ ਨਾ ਜੀ ਨਾ, ਕਿ ਭਾਸ਼ਾ ਦੇ ਆਧਾਰ 'ਤੇ ਤਾਂ ਕਰੀ ਨਹੀਂ ਜਾ ਸਕਦੇ ਵੱਖਰੇ। ਫਿਰ ਰੌਲਾ ਕੀ ਪੈਂਦਾ ਹੈ? ਫਿਰ 1953 ਦੇ ਗੇੜ 'ਚ ਜਾ ਕੇ ਰੌਲਾ ਇਹ ਹੁੰਦਾ ਹੈ ਕਿ ਉੱਥੇ ਨਾ ਇੱਕ ਪੋਟੀ ਸ਼੍ਰੀ ਰਮੱਲੂ ਨਾਮ ਦਾ ਕਾਂਗਰਸੀ ਬੰਦਾ ਹੀ ਸੀਗਾ, ਕਾਂਗਰਸੀ ਲੀਡਰ ਹੀ ਸੀਗਾ। ਉਹ ਆਤਮਦਾਹ ਕਰ ਲੈਂਦਾ, ਆਪਣੇ ਆਪ ਨੂੰ ਮਾਰ ਲੈਂਦਾ, ਯਾਨੀ ਕਿ ਆਤਮ ਹੱਤਿਆ ਕਰ ਲੈਂਦਾ। ਉਹ ਇਸ ਪ੍ਰੋਟੈਸਟ 'ਤੇ ਬੈਠਾ ਹੁੰਦਾ, ਮਤਲਬ ਇਹ ਸੰਘਰਸ਼ ਹੀ ਕਰ ਰਿਹਾ ਹੁੰਦਾ ਕਿ ਭਾਸ਼ਾ ਦੇ ਆਧਾਰ 'ਤੇ ਵੱਖਰਾ ਕਰਿਆ ਜਾਵੇ, ਜਿਹੜਾ ਆਂਧਰਾ ਪ੍ਰਦੇਸ਼ ਸੀ ਉਹ ਵੱਖਰਾ ਕੱਢਿਆ ਜਾਵੇ। ਤਾਂ ਇਹ ਜਦੋਂ ਮਰ ਜਾਂਦਾ ਫਿਰ ਹਾਹਾਕਾਰ ਮਚ ਜਾਂਦੀ ਹੈ। ਹਾਹਾਕਾਰ ਮਚਣ ਤੋਂ ਬਾਅਦ ਫਿਰ ਇਹਨਾਂ ਨੂੰ ਐਂ ਹੁੰਦਾ ਵੀ ਹੁਣ ਤਾਂ ਹੱਥਾਂ ਪੈਰਾਂ ਦੀ ਪੈ ਗਈ, ਹੁਣ ਤਾਂ ਕੁਛ ਨਾ ਕੁਛ ਕਰਨਾ ਪਊਗਾ। ਫਿਰ ਉਸ ਤੋਂ ਬਾਅਦ ਇਹ ਜਾ ਕੇ 53 ਦੇ ਵਿੱਚ ਜਾ ਕੇ ਫਜ਼ਲ ਅਲੀ ਨਾਮ ਦੀ ਇੱਕ ਕਮੇਟੀ ਬਣਾਉਂਦੇ ਨੇ। ਠੀਕ ਹੈ, ਤਾਂ ਫਜ਼ਲ ਅਲੀ ਦੇ ਵਿੱਚ 3 ਮੈਂਬਰ ਸੀਗੇ, ਫਿਲਿਪ ਸੀ, ਅਤੇ ਤੁਸੀਂ ਅੱਛਾ ਇਹ ਚਲੋ ਤੁਹਾਡੇ 'ਤੇ ਛੱਡਿਆ ਕਿ ਫਜ਼ਲ ਅਲੀ ਕਮੇਟੀ ਦੇ 3 ਮੈਂਬਰ ਕਿਹੜੇ ਕਿਹੜੇ ਸੀ। ਇੱਕ ਤਾਂ ਫਜ਼ਲ ਅਲੀ ਹੋ ਗਿਆ, 2 ਹੋਰ ਸੀ। ਫਜ਼ਲ ਅਲੀ ਪ੍ਰਧਾਨ ਸੀ, ਖੁਦ ਚੇਅਰਮੈਨ ਸੀ। 2 ਇਹਦੇ ਨਾਲ ਹੋਰ ਲਾਏ ਗਏ ਸੀ। ਦੋਨਾਂ ਦੇ ਨਾਮ ਤੁਸੀਂ ਕਮੈਂਟ ਬਾਕਸ 'ਚ ਮੈਨੂੰ ਮੈਂਸ਼ਨ ਕਰਿਓ, ਕਮੈਂਟ ਕਰਿਓ ਕਿ ਉਹ 2 ਬੰਦੇ ਹੋਰ ਕਿਹੜੇ ਕਿਹੜੇ ਸੀਗੇ। ਠੀਕ ਹੈ, ਲੈਟਸ ਸੀ ਕਿੰਨੇ ਬੱਚਿਆਂ ਨੂੰ ਬਿਨਾਂ ਗੂਗਲ ਕੀਤੇ ਲਿਖਣ ਦੀ ਕੋਸ਼ਿਸ਼ ਕਰਿਓ, ਲੈਟਸ ਸੀ ਕਿੰਨੇ ਦੇਖ ਪਾਉਂਦੇ ਨੇ। ਨਹੀਂ ਫਿਰ ਵੀ ਆਇਆ ਤਾਂ ਗੂਗਲ ਕਰ ਲਿਓ, ਕੋਈ ਗੱਲ ਨਹੀਂ। 4 ਗੱਲਾਂ ਗੂਗਲ ਤੋਂ ਹੋਰ ਵੱਧ ਹੀ ਪੜ੍ਹੋਗੇ। ਠੀਕ ਹੈ, ਜਿਹੜੇ ਆਪਣੇ ਕੰਮ ਦੀਆਂ ਹੋਣਗੀਆਂ ਉਹ ਕੋਈ ਇਸ਼ੂ ਨਹੀਂ ਹੈਗਾ। ਤਾਂ ਫਜ਼ਲ ਅਲੀ ਬਣਾਈ ਜਾਂਦੀ ਹੈ ਕਮੇਟੀ। ਤਾਂ ਫਜ਼ਲ ਅਲੀ ਕਹਿੰਦਾ ਹੈ, ਤਾਂ ਫਜ਼ਲ ਅਲੀ ਬੋਲਦਾ ਹੈ ਵੀ ਦੇਖੋ, ਜੇ ਤੁਸੀਂ ਕਹੋਗੇ ਕਿ ਇੱਕ ਭਾਸ਼ਾ ਦੇ ਆਧਾਰ 'ਤੇ ਇੱਕ ਸਟੇਟ ਬਣਾ ਦਿੱਤੀ ਜਾਵੇ, ਇਹ ਗੱਲ ਤਾਂ ਕਹਿੰਦਾ ਬਿਲਕੁਲ ਤੁਹਾਡੀ ਨਜਾਇਜ਼ ਹੈ। ਹਾਂ, ਜਦੋਂ ਅਸੀਂ ਸਟੇਟਾਂ ਦੀ ਵੰਡ ਕਰਨੀ ਹੈ, ਵੱਖਰੀਆਂ ਕਰਨੀਆਂ ਨੇ, ਉਹਦੇ ਵਿੱਚ ਭਾਸ਼ਾ ਨੂੰ ਇੱਕ ਪੁਆਇੰਟ ਦੇ ਤੌਰ 'ਤੇ ਆਧਾਰ ਮੰਨ ਲਈਏ। ਫਰਜ਼ ਕਰ ਲਓ ਅਸੀਂ 10 ਪੁਆਇੰਟ ਰੱਖਦੇ ਕਿ ਆਹ 10 ਪੁਆਇੰਟਾਂ ਦੇ ਆਧਾਰ 'ਤੇ 2 ਸਟੇਟਾਂ ਵੰਡੀਆਂ ਜਾਣਗੀਆਂ।
ਉਹਦੇ ਵਿੱਚੋਂ ਇੱਕ ਪੁਆਇੰਟ ਜੇ ਤੁਸੀਂ ਕਹਿੰਦੇ ਹੋ ਕਿ ਭਾਸ਼ਾ ਹੋਵੇ, ਉਹ ਐਕਸੈਪਟ ਕੀਤੀ ਜਾ ਸਕਦੀ ਆ ਵੀ ਹਾਂ ਠੀਕ ਆ, ਭਾਸ਼ਾ ਨੂੰ ਵੀ ਕਿਤੇ ਨਾ ਕਿਤੇ ਵੇਟੇਜ ਦਿੱਤੀ ਜਾਵੇ ਵੱਖ ਕਰਦੇ ਸਮੇਂ। ਆਹ ਤਾਂ ਗੱਲ ਕਹਿੰਦਾ ਠੀਕ ਹੈ। ਚਲੋ ਇਹਦੇ ਤਹਿਤ ਫਿਰ ਆਂਧਰਾ ਪ੍ਰਦੇਸ਼ ਵੱਖਰਾ ਨਿਕਲ ਜਾਂਦਾ ਹੈ। ਤਾਂ 1956 ਦੇ ਵਿੱਚ ਇਹ ਪਹਿਲੀ ਵਾਰ ਕਾਰਵਾਈ ਹੁੰਦੀ ਹੈ। ਉਦੋਂ ਬਾਅਦ ਫਿਰ ਸਾਡੇ ਵਾਲੇ ਵੀ ਰੰਗ ਫੜ ਲੈਂਦੇ ਨੇ, ਪੰਜਾਬ ਵਾਲੇ, ਪੰਜਾਬੀ ਸੂਬਾ ਮੂਵਮੈਂਟ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਕੇਂਦਰ ਝੁਕ ਗਿਆ ਤਾਂ ਹੁਣ ਤਾਂ ਵੱਖਰਾ ਕਰਨਾ ਹੀ ਪਊ, ਤਾਂ ਫਿਰ ਤਾਰਾ ਸਿੰਘ ਹੋਰੇ ਜਾਂ ਉਦੋਂ ਬਾਅਦ ਫਤਿਹ ਸਿੰਘ ਹੋਰੇ ਆਏ ਤਾਂ ਇਹਨਾਂ ਨੇ ਵੀ ਆਪਣੀ ਮੁਹਿੰਮਾਂ ਤੇਜ਼ ਕਰਤੀਆਂ, ਅਤੇ ਜਿਹਦੇ ਕਰਕੇ ਅਸੀਂ ਜਾਣਦੇ ਹਾਂ ਕਿ 1966 ਦੇ ਵਿੱਚ ਫਿਰ ਜਾ ਕੇ ਪੰਜਾਬ ਵੱਖਰਾ ਹੋ ਜਾਂਦਾ ਅਤੇ ਹਰਿਆਣਾ ਵੱਖਰਾ ਨਿਕਲ ਜਾਂਦਾ, ਅਤੇ ਇੱਕ ਯੂਟੀ ਕੇਂਦਰ ਸ਼ਾਸਿਤ ਪ੍ਰਦੇਸ਼ ਹਿਮਾਚਲ ਬਣਾ ਦਿੱਤਾ ਜਾਂਦਾ, ਅਤੇ ਉਹ ਬਾਅਦ ਦੇ ਵਿੱਚ ਹਿਮਾਚਲ ਕਿਤੇ 1971 'ਚ ਜਾ ਕੇ ਸਟੇਟ ਦਾ ਦਰਜਾ ਹਾਸਲ ਕਰ ਲੈਂਦਾ ਹੈ। ਉਹ ਚੀਜ਼ਾਂ 'ਤੇ ਆਪਾਂ ਆਵਾਂਗੇ। ਤਾਂ ਆਹ ਗੱਲ ਤੁਹਾਨੂੰ ਕਲੀਅਰ ਲੱਗ ਗਈ। ਆਹ ਸਾਰੀਆਂ ਕਮੇਟੀਆਂ, ਧਾਰ ਕਮੇਟੀ, JBP ਕਮੇਟੀ, ਫਜ਼ਲ ਅਲੀ ਕਮੇਟੀ, ਸਾਰੀਆਂ ਕਿਹਦੇ ਨਾਲ ਰਿਲੇਟਡ ਨੇ? ਇਹ ਸਾਰੀਆਂ ਦੀਆਂ ਸਾਰੀਆਂ ਹੈਗੀਆਂ ਨੇ ਕਿ ਲਿੰਗੁਇਸਟਿਕ ਭਾਸ਼ਾ ਦੇ ਆਧਾਰ 'ਤੇ ਸੂਬਿਆਂ ਦੀ ਵੰਡ ਕਰੀ ਜਾਵੇ, ਇਸ ਗੱਲ ਨੂੰ ਲੈ ਕੇ ਰਿਲੇਟਡ ਨੇ। ਅਤੇ ਆ ਪੋਟੀ ਸ੍ਰੀ ਨਮੱਲੂ ਦਾ ਨਾਮ ਜ਼ਰੂਰ ਯਾਦ ਰੱਖਿਓ। ਇਹ ਸਿੱਧਮ ਸਿੱਧੇ ਤੁਰੇ ਫਿਰਦੇ ਸਵਾਲ ਨੇ ਪੇਪਰਾਂ ਦੇ, ਅਤੇ ਮੈਨੂੰ ਲੱਗਦਾ ਸਟੋਰੀ ਨੇ ਤੁਹਾਡੀ ਗੱਲ ਬਣਾ ਦੇਣੀ ਹੈ। ਇਸ ਤੋਂ ਬਾਅਦ ਤੁਹਾਨੂੰ ਕੁਛ ਯਾਦ ਕਰਨ ਦੀ ਲੋੜ ਨਹੀਂ, ਯਾਦ ਪੱਕੇ ਹੀ ਹੋ ਗਏ ਹੋਣੇ ਆ। ਲਓ ਜੀ, ਅੱਗੇ ਚੱਲਦੇ ਹਾਂ, ਫਿਰ ਆਪਾਂ ਅੱਗੇ ਮੂਵ ਕਰਦੇ ਹਾਂ ਅਗਲੇ ਸਵਾਲ ਵੱਲ। ਨੈਕਸਟ ਸਵਾਲ ਕੀ ਕਹਿੰਦਾ ਹੈ? ਕਹਿੰਦਾ ਇਹਨਾਂ ਦੇ ਵਿੱਚੋਂ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕਰੈਕਟ ਇਨ ਦਾ ਮੈਟਰ ਆਫ ਫਾਰਮੇਸ਼ਨ ਆਫ ਨਿਊ ਸਟੇਟ। ਜਦੋਂ ਨਵੀਂ ਸਟੇਟ ਬਣਾਈ ਜਾਣੀ ਆ, ਕੋਈ ਨਵਾਂ ਸੂਬਾ ਬਣਾਇਆ ਜਾਣਾ, ਇਹਨਾਂ 'ਚੋਂ ਕਿਹੜੀ ਗੱਲ ਸਹੀ ਨਹੀਂ ਹੈਗੀ? ਪਾਰਲੀਮੈਂਟ ਲਾ ਦੇ ਤਹਿਤ ਇੱਕ ਨਵੀਂ ਸਟੇਟ ਬਣਾ ਸਕਦੀ ਹੈ। ਇਹੀ ਤਾਂ ਮੈਂ ਬੋਲਿਆ, ਹੁਣ ਤੱਕ ਤਾਂ ਆਪਾਂ ਇਹੀ ਗੱਲ ਕੀਤੀ ਹੈ ਵੀ ਭਾਈ ਪਾਰਲੀਮੈਂਟ ਕੋਲ ਹੀ ਸ਼ਕਤੀ ਹੈ ਨਵੀਂ ਸਟੇਟ ਬਣਾਉਣ ਦੀ, ਹੋਰ ਕਿਸੇ ਕੋਲ ਸ਼ਕਤੀ ਨਹੀਂ ਹੈਗੀ। ਤਾਂ ਆਹ ਤਾਂ ਗੱਲ ਬਿਲਕੁਲ ਠੀਕ ਹੈ, ਇਹ ਤਾਂ ਗਲਤ ਹੋ ਹੀ ਨਹੀਂ ਸਕਦੀ। ਨਾਟ ਕਰੈਕਟ ਕਿਹਾ ਨਾ, ਠੀਕ ਹੈ। ਸੱਚ ਲਾਅ ਸ਼ੈਲ ਕੰਟੇਨ ਪ੍ਰੋਵੀਜ਼ਨਸ ਫॉर द ਅਮੈਂਡਮੈਂਟ ਆਫ ਦ ਫਸਟ ਸ਼ਡਿਊਲ ਐਂਡ ਦ ਫੋਰਥ ਸ਼ਡਿਊਲ ਆਫ ਦ ਕॉन्स्टिट्यूशन। ਚਲੋ, ਸੱਚ ਲਾਅ ਸ਼ੈਲ ਬੀ ਡੀਮ ਟੂ ਬੀ ਐਨ ਅਮੈਂਡਮੈਂਟ ਆਫ ਦ ਕॉन्स्टिट्यूशन ਫॉर द पर्पज ਆਫ ਆਰਟੀਕਲ 368। No bill for enacting such law shall be introduced in Parliament unless it is referred to the legislature of the states whoever areas and boundaries name is affected। ਪੰਜਾਬੀ 'ਚ ਵੀ ਪੜ੍ਹ ਲੈਣਾ, ਚਲੋ ਇਸ ਨੂੰ ਇੱਕ ਵਾਰ ਤਾਂ ਕਿ ਤੁਹਾਨੂੰ ਕੋਈ ਸ਼ੰਕਾ ਨਾ ਰਹੇ। ਸੰਸਦ ਦੁਬਾਰਾ ਨਵਾਂ ਰਾਜ ਬਣਾਉਣ ਦੀ ਸ਼ਕਤੀ ਉਹਦੇ ਕੋਲੇ ਹੁੰਦੀ ਹੈ। ਅਜਿਹੇ ਕਾਨੂੰਨ ਨੂੰ ਸੰਵਿਧਾਨ ਦੀ ਪਹਿਲੀ ਸੂਚੀ ਅਤੇ ਚੌਥੀ ਸੂਚੀ ਵਿੱਚ ਸੋਧ ਲਈ ਉਪਬੰਧ ਕੀਤਾ ਜਾਂਦਾ ਹੈ, ਜਾਂ ਫਿਰ ਜਿਹੜੀ ਧਾਰਾ 368 ਦੇ ਵਿੱਚ ਲਿਖੀ ਹੋਈ ਆ ਵੀ ਸੋਧ ਹੋਣੀ ਚਾਹੀਦੀ ਹੈ, ਉਹਦੇ ਤਹਿਤ ਮੰਨਿਆ ਗਿਆ ਵੀ ਹਾਂ ਉਹਦਾ ਉਦੇਸ਼ ਪੂਰਾ ਕਰਦੀ ਹੈ। ਅਜਿਹੇ ਕਾਨੂੰਨ ਨੂੰ ਲਾਗੂ ਕਰਨ ਲਈ ਕੋਈ ਬਿੱਲ ਪਾਰਲੀਮੈਂਟ ਵਿੱਚ ਉਦੋਂ ਤੱਕ ਪੇਸ਼ ਨਹੀਂ ਕੀਤਾ ਜਾਏਗਾ ਜਦੋਂ ਤੱਕ ਇਹਦੇ ਰਾਜਾਂ ਦੀਆਂ ਵਿਧਾਨ ਸਭਾ ਨੂੰ ਨਹੀਂ ਭੇਜਿਆ ਜਾਂਦਾ ਅਤੇ ਉਹਨਾਂ ਦੀਆਂ ਸੀਮਾਵਾਂ ਜਾਂ ਨਾਮ ਪ੍ਰਭਾਵਿਤ ਕਰਨ ਵਾਲਾ ਕੋਈ ਵੀ ਬਿੱਲ ਹੋਊਗਾ। ਤਾਂ ਮੋਟੀ ਮੋਟੀ ਗੱਲ ਕੀ ਹੈ, ਇਹ ਕਹਿੰਦੇ ਵੀ ਇਹਨਾਂ 'ਚੋਂ ਕਿਹੜੀ ਗੱਲ ਠੀਕ ਹੈ? ਪਹਿਲੀ ਗੱਲ ਤਾਂ ਦੇਖੋ 100 ਆਨੇ ਠੀਕ ਹੈ ਵੀ ਜਿਹੜੀ ਸਾਡੇ ਕੋਲੇ ਨਵੀਂ ਸਟੇਟ ਬਣਾਉਣ ਦੀ ਤਾਕਤ ਹੈ ਉਹ ਸਿਰਫ ਕਿਹਦੇ ਕੋਲੇ ਹੈ? ਉਹ ਸੰਸਦ ਕੋਲੇ ਹੈ। ਇਸ ਗੱਲ 'ਚ ਤਾਂ ਕੋਈ ਖਦਸ਼ਾ ਨਹੀਂ ਹੋਣਾ ਚਾਹੀਦਾ। ਹੁਣ ਗੱਲ ਦੂਜੀ ਇਹ ਆ ਜਾਂਦੀ ਹੈ ਵੀ ਮੈਂ ਤੁਹਾਨੂੰ ਆਰਟੀਕਲ 4 'ਚ ਕੀ ਪੜ੍ਹਾਇਆ? ਆਰਟੀਕਲ 4 ਮੈਨੂੰ ਇਹ ਦੱਸਦਾ ਹੈ ਕਿ ਭਾਈ ਤੁਹਾਨੂੰ ਸੰਵਿਧਾਨਿਕ ਸੋਧ ਕਰਨ ਦੀ ਲੋੜ ਨਹੀਂ, ਇਹ ਬਿੱਲ ਇੱਕ ਸਿੰਪਲ ਜਿਹਾ ਐਕਟ ਬਣਾ ਕੇ ਉਹਦੇ ਤਹਿਤ ਹੀ ਕੰਮ ਚਲਾਇਆ ਜਾ ਸਕਦਾ, ਠੀਕ ਹੈ। ਹੁਣ ਜੇ ਤੁਹਾਨੂੰ ਸੰਵਿਧਾਨਿਕ ਸੋਧ ਕਰਨ ਦੀ ਲੋੜ ਨਹੀਂ, ਸੰਵਿਧਾਨਿਕ ਸੋਧ ਲਿਖੀ ਕਿੱਥੇ ਹੋਈ ਹੈ? ਇਹ ਲਿਖੀ ਹੋਈ ਹੈ ਆਰਟੀਕਲ 368 'ਚ। ਜਿਹੜਾ ਅਨੁਛੇਦ 368 ਆ ਨਾ, ਉਹ ਇਹੀ ਦੱਸਦਾ ਵੀ ਸੰਵਿਧਾਨਿਕ ਸੋਧ ਬਿੱਲ ਲਿਆਂਦਾ ਜਾਊਗਾ। ਸੰਵਿਧਾਨਿਕ ਸੋਧ ਬਿੱਲ ਲਿਆ ਕੇ ਉਹ ਰਾਜ ਸਭਾ ਲੋਕ ਸਭਾ ਦੋਨਾਂ ਦੇ ਉੱਤੋਂ ਸਪੈਸ਼ਲ ਮੈਜੋਰਟੀ ਨਾਲ ਪਾਸ ਕਰਾਉਣਾ ਪਊਗਾ, ਤਾਂ ਸੰਵਿਧਾਨਿਕ ਸੋਧ ਹੋ ਸਕਦੀ ਹੈਗੀ। ਕੁਛ ਗੱਲਾਂ ਤੁਹਾਡੇ ਸ਼ਾਇਦ ਪੱਲੇ ਨਾ ਪਈਆਂ ਹੋਣ, ਪੈਣਗੀਆਂ ਜਦੋਂ ਸੰਸਦ ਚੈਪਟਰ ਪੜ੍ਹਾਇਆ ਮੈਂ ਕਿ ਉਹਦੇ ਵਿੱਚ ਸਪੈਸ਼ਲ ਮੈਜੋਰਟੀ ਹੋਣੀ ਚਾਹੀਦੀ ਆ, ਉਹਦੇ ਤਹਿਤ ਅਸੀਂ ਇਹ ਬਿੱਲ ਪਾਸ ਕਰਾਉਣਾ। ਇਹ ਕੀ ਗੱਲਾਂ ਹੁੰਦੀਆਂ ਨੇ, ਇੱਥੇ ਸਮਝ ਵੀ ਨਹੀਂ ਆਉਣੀ ਇਹ ਗੱਲ। ਤਾਂ ਕੋਈ ਚੱਕਰ ਨਹੀਂ, ਮੋਟੀ ਮੋਟੀ ਗੱਲ ਇਹ ਹੈ ਕਿ ਜਦੋਂ ਸਾਨੂੰ ਸੰਵਿਧਾਨ 'ਚ ਕੋਈ ਨਵੀਂ ਚੀਜ਼ ਲਿਖਣੀ ਪਵੇ ਜਾਂ ਕੋਈ ਚੀਜ਼ ਘਟਾਉਣੀ ਪਵੇ, ਕੱਟਣੀ ਪਵੇ, ਤਾਂ ਸਾਨੂੰ ਇੱਕ ਸੰਵਿਧਾਨਿਕ ਸੋਧ ਕਰਨੀ ਪੈਂਦੀ ਹੈ। ਇਹ ਗੱਲ ਆਰਟੀਕਲ 368 'ਚ ਲਿਖੀ ਹੈ, ਅਤੇ ਸਟੇਟਾਂ ਦੇ ਮਸਲੇ 'ਚ ਵਧਾਉਣ ਘਟਾਉਣ ਵੇਲੇ ਇਹ ਸੋਧ ਕਰਨ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ। ਇਹ ਆਰਟੀਕਲ 4 ਸਾਨੂੰ ਕਹਿੰਦਾ ਹੈ। ਤਾਂ ਕਰਕੇ ਆਹ ਪੁਆਇੰਟ ਇੱਥੇ ਗਲਤ ਹੋ ਜਾਂਦਾ ਸੀ ਕਿ ਇਹਦੇ ਨਾਲ 368 ਦੇ ਉਦੇਸ਼ ਸੰਵਿਧਾਨ 'ਚ ਸੋਧ ਮੰਨਿਆ ਜਾਊਗਾ ਵੀ ਭਾਈ 368 ਦੇ ਤਹਿਤ ਸੋਧ ਹੋਈ ਹੈ, ਇਹੋ ਜਿਹਾ ਕੁਛ ਨਹੀਂ ਮੰਨਿਆ ਜਾਊਗਾ। ਤਾਂ ਸੀ ਮੇਰੇ ਕੋਲ ਕਰੈਕਟ ਆਨਸਰ ਹੋ ਗਿਆ। ਕੋਈ ਬਿੱਲ ਜਿਹੜਾ ਨਵੀਂ ਸਟੇਟ ਨੂੰ ਬਣਾਉਣ ਵਾਸਤੇ ਪਾਸ ਕੀਤਾ ਗਿਆ, ਠੀਕ ਹੈ, ਪਾਸ ਕੀਤਾ ਗਿਆ, ਕਿਵੇਂ ਪਾਸ ਹੁੰਦਾ? ਮੇਨ ਗੱਲ ਤਾਂ ਇਹ ਹੈ, ਠੀਕ ਹੈ। ਦੇਖੋ ਮਤਲਬ ਹੁਣ ਜਿਵੇਂ ਇਹ ਤਾਂ ਚਲੋ ਮੰਨ ਲਿਆ ਕਿ ਸੰਵਿਧਾਨਿਕ ਸੋਧ ਨਹੀਂ ਹੋਊਗੀ, ਪਰ ਜੇ ਇਹ ਤਾਕਤ ਸੰਸਦ ਕੋਲ ਹੀ ਹੈ ਨਵਾਂ ਸਟੇਟ ਬਣਾਉਣ ਦੀ, ਤਾਂ ਸੰਸਦ ਦੀ ਪ੍ਰਕਿਰਿਆ ਤਾਂ ਇਹੀ ਹੈ ਨਾ ਕਿ ਸੰਸਦ ਦੇ ਵਿੱਚ ਕਿਵੇਂ ਕੋਈ ਨਵਾਂ ਕਾਨੂੰਨ ਬਣਦਾ ਹੈ।
ਸੰਸਦ ਦੇ ਵਿੱਚ ਕਾਨੂੰਨ ਬਣਨ ਦੇ ਦੇਖੋ ਇੱਕ ਇਹ ਤਰੀਕਾ ਹੈ, ਇੱਕ ਲੋਕ ਸਭਾ ਸੰਸਦ 'ਚ, ਇੱਕ ਰਾਜ ਸਭਾ। ਬਿੱਲ ਜਾਂ ਤਾਂ ਲੋਕ ਸਭਾ ਤੋਂ ਸ਼ੁਰੂ ਹੋਊਗਾ ਜਾਂ ਰਾਜ ਸਭਾ ਤੋਂ ਸ਼ੁਰੂ ਹੋਊਗਾ। ਲੋਕ ਸਭਾ ਤੋਂ ਫਰਜ਼ ਕਰ ਲਓ ਬਿੱਲ ਸ਼ੁਰੂ ਹੋਇਆ, ਲੋਕ ਸਭਾ ਦੇ ਮੈਂਬਰਾਂ ਨੇ ਉਹ 'ਤੇ ਵੋਟਿੰਗ ਕੀਤੀ, ਬਿੱਲ ਨੂੰ ਪਾਸ ਕੀਤਾ, ਅਤੇ ਰਾਜ ਸਭਾ ਦੇ ਮੈਂਬਰਾਂ ਨੇ ਉਸ ਤੋਂ ਬਾਅਦ ਉਹ 'ਤੇ ਵੋਟਿੰਗ ਕੀਤੀ, ਬਿੱਲ ਨੂੰ ਪਾਸ ਕੀਤਾ। ਜਦੋਂ ਦੋਨੋਂ ਸਦਨਾਂ ਨੇ ਬਿੱਲ ਪਾਸ ਕਰਤਾ, ਫਿਰ ਇਹ ਜਾਂਦਾ ਸਿੱਧਾ ਰਾਸ਼ਟਰਪਤੀ ਕੋਲੇ। ਰਾਸ਼ਟਰਪਤੀ ਇਹਦੇ ਉੱਤੇ ਆਪਦੀ ਮੋਹਰ ਲਾਉਣ ਦਾ ਠੱਪਾ ਲਾ ਦਿੰਦਾ, ਉਦੋਂ ਬਾਅਦ ਇਹ ਕਾਨੂੰਨ ਬਣ ਜਾਂਦਾ, ਐਕਟ ਬਣ ਜਾਂਦਾ। ਫਿਰ ਉਦੋਂ ਬਾਅਦ ਇਹਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਅਥਾਰਟੀਆਂ 'ਤੇ ਆ ਜਾਂਦੀ ਹੈ, ਜਿਹੜੀ ਐਗਜ਼ੈਕਟਿਵ ਬੋਡੀ ਹੁੰਦੀ ਹੈ, ਕਾਰਜਕਾਰੀ ਆਪਣੀ ਬੋਡੀ, ਉਹਨੇ ਇਹਨੂੰ ਲਾਗੂ ਕਰਨਾ। ਇਹ ਪੂਰਾ ਬਿੱਲ ਮਤਲਬ ਐਕਟ ਕਾਨੂੰਨ ਬਣਨ ਦੀ ਇੱਕ ਪ੍ਰਕਿਰਿਆ ਹੈ। ਹੁਣ ਜਿਹੜਾ ਆ ਪਾਸ ਕਰਨ ਦਾ ਤਰੀਕਾ, ਇਹ ਕਈ ਤਰੀਕੇ ਹੋ ਸਕਦੇ ਨੇ। ਹੋ ਸਕਦਾ ਹੈ ਜਿਵੇਂ ਫਰਜ਼ ਕਰੋ ਮੈਂ ਇਹਦੇ ਵਿੱਚ ਸਾਡੇ ਫਰਜ਼ ਕਰ ਲਓ 450 ਬੰਦੇ ਨੇ, ਇਹਦੇ ਵਿੱਚ ਮੰਨ ਲਓ ਸਾਡੇ 250 ਬੰਦੇ ਨੇ। ਹੁਣ ਕੁਛ ਬਿੱਲ ਇਹੋ ਜਿਹੇ ਨੇ ਜਿਹਦੇ ਵਿੱਚ 50% ਪਲੱਸ ਇੱਕ ਬੰਦੇ ਦੀ ਲੋੜ ਹੈ ਪਾਸ ਕਰਾਉਣ ਵਾਸਤੇ। ਕਈ ਬਿੱਲਾਂ ਨੂੰ 75% ਲੋਕਾਂ ਦੀ ਹਾਂ ਕਰਾਉਣੀ ਪੈਂਦੀ ਹੈ ਤਾਂ ਬਿੱਲ ਪਾਸ ਹੁੰਦੇ ਨੇ। ਤਾਂ ਇਹਨਾਂ ਨੂੰ ਉਹਦੇ ਹਿਸਾਬ ਨਾਲ ਅਸੀਂ ਕਿਸੇ ਨੂੰ ਸਪੈਸ਼ਲ ਮੈਜੋਰਟੀ ਕਹਿ ਦਿੰਦੇ ਹਾਂ, ਕਿਸੇ ਨੂੰ 2/3 ਮੈਜੋਰਟੀ ਕਹਿ ਦਿੰਦੇ ਹਾਂ ਅਸੀਂ ਵੀ ਬਹੁਮਤ ਹੋਣੀ ਚਾਹੀਦੀ ਹੈ 2/3। ਕਿਸੇ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਸਧਾਰਨ ਬਹੁਮਤ ਨਾਲ ਹੀ ਪਾਸ ਹੋ ਜਾਊਗਾ। ਸਧਾਰਨ ਬਹੁਮਤ ਕਿਹਾ ਜਾਂਦਾ ਜਦੋਂ ਸਿਰਫ 50 ਜਿੰਨੇ ਹਾਜ਼ਰ ਨੇ ਉਸ ਦਿਨ 450 'ਚੋਂ ਚਾਹੇ 400 ਹੋਣ ਚਾਹੇ 200 ਹੋਣ, ਜਿੰਨੇ ਹਾਜ਼ਰ ਨੇ ਉਹਦੇ ਵਿੱਚ ਇੱਕ ਜੋੜ ਲਓ, ਯਾਨੀ ਕਿ 50% ਤੋਂ ਇੱਕ ਜ਼ਿਆਦਾ ਜੇ ਹਾਂ ਕਰ ਦਿੰਦੇ ਨੇ ਤਾਂ ਉਹ ਇੱਕ ਸਿੰਪਲ ਮੈਜੋਰਟੀ ਯਾਨੀ ਕਿ ਸਧਾਰਨ ਬਹੁਮਤ ਦੇ ਨਾਲ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਕਰਕੇ ਤੁਸੀਂ ਸਟੇਟ ਨਵੀਂ ਬਣਾ ਸਕਦੇ ਹੋ। ਤਾਂ ਆਨਸਰ ਕੀ ਹੋ ਗਿਆ ਬੀ, ਕਿ ਇੱਕ ਸਧਾਰਨ ਬਹੁਮਤ ਦੀ ਲੋੜ ਪੈਂਦੀ ਹੈ ਸਾਨੂੰ ਸਿਰਫ ਬਿੱਲ ਨੂੰ ਪਾਸ ਕਰਨ ਵਾਸਤੇ। ਰਾਈਟ, ਸਮਝ ਗਏ ਗੱਲ? ਮੈਨੂੰ ਲੱਗਦਾ ਗੱਲ ਕਲੀਅਰ ਹੋ ਗਈ। ਅੱਗੇ ਆ ਜਾਓ। ਯੂਨੀਅਨ ਟੈਰੀਟਰੀ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਇਹਨਾਂ ਨੂੰ ਕਿਹਦੇ ਦੁਆਰਾ ਪ੍ਰਬੰਧ, ਇਹਨਾਂ ਦਾ ਕੌਣ ਦੇਖਦਾ ਹੈ? ਠੀਕ ਹੈ, ਐਡਮਿਨਿਸਟਰ ਕਿਹਦੇ ਦੁਆਰਾ ਕੀਤੇ ਜਾਂਦੇ ਨੇ? ਦੇਖੋ ਇੱਥੇ ਤੁਸੀਂ ਮਾਰ ਨਹੀਂ ਖਾਣੀ। ਹੁਣ ਜਿਵੇਂ ਚੰਡੀਗੜ੍ਹ ਦੇ ਵਿੱਚ ਜਿਹੜਾ ਬੈਠਦਾ ਹੈ ਉਹਨੂੰ ਐਡਮਿਨਿਸਟ੍ਰੇਟਰ ਕਹਿ ਦਿੰਦੇ ਨੇ। ਦਿੱਲੀ ਦੀ ਗੱਲ ਕਰ ਲਓ ਜਾਂ ਫਿਰ ਜੰਮੂ ਕਸ਼ਮੀਰ ਦੀ ਗੱਲ ਕਰ ਲਓ, ਲੱਦਾਖ ਦੀ ਗੱਲ ਕਰ ਲਓ, ਉੱਥੇ ਜਿਹੜਾ ਬੰਦਾ ਬੈਠਾ ਉਹਨੂੰ ਲੈਫਟੀਨੈਂਟ ਗਵਰਨਰ ਕਹਿ ਦਿੰਦੇ ਨੇ। ਇਹ ਸਾਰੇ ਬੰਦੇ ਪ੍ਰੈਜ਼ੀਡੈਂਟ ਦੇ ਹੀ ਚੇਲੇ ਹੁੰਦੇ ਨੇ। ਐਕਚੁਅਲ 'ਚ ਯੂਨੀਅਨ ਟੈਰੀਟਰੀਜ਼ ਡਾਇਰੈਕਟਲੀ ਸੰਵਿਧਾਨ ਬੋਲਦਾ ਕਿ ਰਾਸ਼ਟਰਪਤੀ ਦੁਆਰਾ ਹੀ ਇਹਨਾਂ ਦਾ ਪੂਰਾ ਪ੍ਰਬੰਧ ਦੇਖਿਆ ਜਾਊਗਾ। ਪਰ ਹੁਣ ਰਾਸ਼ਟਰਪਤੀ ਤਾਂ ਇੱਕ ਬੰਦਾ ਹੈ, ਜੇ ਯੂਨੀਅਨ ਟੈਰੀਟਰੀਜ਼ ਇੰਨੀਆਂ ਸਾਰੀਆਂ ਨੇ ਉਹ ਕਿੱਥੇ ਕਿੱਥੇ ਹੋ ਜੇ? ਫਿਰ ਉਹ ਆਪਦੇ ਚੇਲੇ ਕਹਿ ਲਓ ਜਾਂ ਆਪਦੇ ਬੰਦੇ ਕਹਿ ਲਓ, ਆਪਦੀ ਥਾਂ 'ਤੇ ਉਹਨਾਂ ਨੂੰ ਭੇਜ ਦਿੰਦਾ, ਉਹਨਾਂ ਤੋਂ ਰਿਪੋਰਟ ਲੈਂਦਾ ਰਹਿੰਦਾ। ਤਾਂ ਆਨਸਰ ਇਹਦਾ ਇਹੀ ਹੋਣਾ ਚਾਹੀਦਾ ਕਿ ਪ੍ਰੈਜ਼ੀਡੈਂਟ ਦੁਆਰਾ ਹੀ ਇਹਨਾਂ ਦਾ ਪ੍ਰਬੰਧ ਦੇਖਿਆ ਜਾਂਦਾ ਹੈ। ਅੱਗੇ ਉਹਦਾ ਕੋਈ LG ਦੇਖ ਰਿਹਾ ਕਿ ਐਡਮਿਨਿਸਟ੍ਰੇਟਰ ਦੇਖ ਰਿਹਾ, ਇਹ ਕੋਈ ਮਾਇਨੇ ਨਹੀਂ ਰੱਖਦਾ। ਤਾਂ ਕਰੈਕਟ ਆਨਸਰ ਸਾਡੇ ਕੋਲ A ਬਣ ਗਿਆ। ਇਹ ਵੀ ਕੁਐਸਚਨ ਬਹੁਤ ਪੇਪਰ 'ਚ ਰਿਪੀਟ ਹੁੰਦਾ, ਤਾਂ ਧਿਆਨ ਰੱਖਿਓ। ਅੱਗੇ ਆ ਜਾਓ। ਕਿਹੜੀਆਂ ਇਹਨਾਂ 'ਚੋਂ ਸਟੇਟਮੈਂਟਾਂ, ਕਥਨ ਜਿਹੜੇ ਨੇ ਉਹ ਇਨਕਰੈਕਟ ਨੇ, ਗਲਤ ਨੇ? ਲਓ ਲੈਟ ਅਸ ਸੀ, ਦੇਖਦੇ ਹਾਂ ਕਿਹੜੇ ਕਿਹੜੇ ਕਥਨਾਂ ਦੀ ਗੱਲ ਕੀਤੀ ਜਾ ਰਹੀ ਹੈ। ਗੋਆ ਅਟੇਨਡ ਫੁੱਲ ਸਟੇਟਹੁੱਡ ਇਨ 1987, ਗਲਤ ਪੁੱਛਿਆ ਨਾ, ਠੀਕ ਹੈ। ਦਿਊ ਇਜ਼ ਐਨ ਆਈਲੈਂਡ ਇਨ ਦਾ ਗਲਫ ਆਫ ਖੰਬਾਤ, ਜਿਹੜਾ ਗਲਫ ਆਫ ਖੰਬਾਤ ਹੈ, ਖੰਬਾਤ ਦੀ ਖਾੜੀ ਹੈ ਸਾਡੇ ਕੋਲੇ, ਠੀਕ ਹੈ। ਉੱਥੇ ਇਹ ਦਿਊ, ਦਮਨ ਐਂਡ ਦਿਊ ਦੀ ਗੱਲ ਕਰ ਲਈਏ, ਆਈਲੈਂਡ ਜਿਹੜਾ ਹੈਗਾ ਆਪਣੇ ਕੋਲੇ ਟਾਪੂ, ਇਹ ਉੱਥੇ ਸਥਿਤ ਹੈ। ਦਮਨ ਐਂਡ ਦਿਊ ਨੂੰ ਸੈਪਰੇਟ ਕੀਤਾ ਗਿਆ ਸੀਗਾ ਗੋਆ ਤੋਂ 56ਵੀਂ ਅਮੈਂਡਮੈਂਟ ਦੇ ਨਾਲ, ਸੰਵਿਧਾਨ ਦੀ ਦੇ ਨਾਲ। ਦਾਦਰਾ ਐਂਡ ਨਗਰ ਹਵੇਲੀ ਵਰ ਅੰਡਰ ਫਰੈਂਚ ਕਲੋਨੀਅਲ ਰੂਲ ਇਨ 1954। ਤਾਂ ਪੁੱਛਿਆ ਤਾਂ ਇਹੀ ਸੀ, ਗਲਤ ਕਿਹੜਾ? ਦੇਖੋ ਮੈਨੂੰ ਹੋਰ ਇਹਦੇ 'ਚੋਂ ਬਹੁਤੀਆਂ ਗੱਲਾਂ ਸ਼ਾਇਦ ਆਹ ਗੱਲ ਸ਼ਾਇਦ ਮੈਨੂੰ ਪਤਾ ਹੀ ਨਾ ਹੋਵੇ ਵੀ 56ਵੀਂ ਸੋਧ ਕੀਤੀ ਗਈ ਜਿਹਦੇ ਨਾਲ ਦਮਨ ਐਂਡ ਦਿਊ ਨੂੰ ਗੋਆ ਤੋਂ ਵੱਖਰਾ ਕੀਤਾ ਗਿਆ, ਠੀਕ ਹੈ। ਮੈਨੂੰ ਸ਼ਾਇਦ ਪਤਾ ਵੀ ਨਹੀਂ ਸੀ, ਅਤੇ ਮੈਨੂੰ ਆਹ ਵੀ ਨਹੀਂ ਪਤਾ ਸੀ ਗੋਆ ਨੇ ਕਦੋਂ ਅਟੇਨ ਕੀਤੀ ਜਾਂ ਫਲਾਣੀ ਕੀਤੀ। ਪਰ ਜਦੋਂ ਮੈਂ 2 ਸਬਜੈਕਟਾਂ 'ਚ ਇੱਕ ਚੀਜ਼ ਪੜ੍ਹ ਲੈਂਦਾ ਤਾਂ ਫਿਰ ਉੱਥੇ ਮੈਨੂੰ ਇੰਨੀ ਕੁ ਗੱਲ ਤਾਂ ਪਤਾ ਲੱਗਦੀ ਹੈ ਵੀ ਜਿਹੜਾ ਦਾਦਰਾ ਐਂਡ ਨਗਰ ਹਵੇਲੀ ਸੀਗੀ, ਇਹਨਾਂ ਦੇ ਉੱਤੇ ਫਰੈਂਚ ਵਾਲਿਆਂ ਦਾ ਰਾਜ ਨਹੀਂ ਸੀ, ਫਰਾਂਸ ਵਾਲਿਆਂ ਦੀ ਕਲੋਨੀ ਨਹੀਂ ਸੀ, ਇਹ ਪੁਰਤਗਾਲੀਆਂ ਦੀ ਕਲੋਨੀ ਸੀ, ਯਾਨੀ ਕਿ ਪੋਰਤਗੀਜ਼। ਕਿਉਂਕਿ ਇਹ ਚੀਜ਼ ਮੈਂ ਇਕੱਲੀ ਇੱਥੇ ਨਹੀਂ ਪੜ੍ਹਦਾ ਹੈਗਾ, ਆਪਣੇ ਕੀ ਕਹਿੰਦੇ ਆ ਪੋਲਿਟੀ ਦੇ ਵਿੱਚ, ਰਾਜਨੀਤੀ 'ਚ। ਇਹ ਚੀਜ਼ ਅਸੀਂ ਆਧੁਨਿਕ ਭਾਰਤ ਮਾਡਰਨ ਹਿਸਟਰੀ 'ਚ ਵੀ ਪੜ੍ਹਦੇ ਹਾਂ ਕਿ ਸਾਡੇ ਕੁਛ ਕੁ ਹਿੱਸਾ ਫਰਾਂਸ ਵਾਲਿਆਂ ਨੇ ਕਬਜ਼ਾਇਆ ਹੋਇਆ ਸੀ, ਕੁਛ ਕੁ ਹਿੱਸਾ ਸਾਡਾ ਜਿਹੜਾ ਸੀਗਾ ਪੁਰਤਗਾਲੀਆਂ ਨੇ ਕਬਜ਼ਾਇਆ ਹੋਇਆ ਸੀਗਾ। ਪੁਰਤਗਾਲੀਆਂ ਤੋਂ ਵੀ ਅਸੀਂ ਨੇ ਛੜਾਇਆ ਫਰਾਂਸ ਵਾਲੇ ਤਾਂ ਚਲੋ ਭਲੀ ਭਾਂਤੀ ਆਪ ਹੀ ਛੱਡ ਗਏ ਸੀ। ਪੁਰਤਗਾਲੀਆਂ ਤੋਂ ਤਾਂ ਅਸੀਂ ਨੇ ਆਪਰੇਸ਼ਨ ਕਰ ਕਰਕੇ ਹੀ ਛਡਵਾਇਆ, ਠੀਕ ਆ। ਆਪਰੇਸ਼ਨ ਵਿਜੇ ਨਾਮ ਦਾ ਆਪਰੇਸ਼ਨ ਲਾਂਚ ਕੀਤਾ ਗਿਆ, ਤਾਂ ਗੋਆ ਛਡਾ ਕੇ ਲਿਆਏ ਸੀਗੇ, ਸਾਡੀ ਮਿਲਟਰੀ ਸੀਗੀ ਜਿਹੜੀ ਆਪਰੇਸ਼ਨ ਵਿਜੇ ਨੂੰ ਕਰਨ ਤੋਂ ਬਾਅਦ, ਠੀਕ ਹੈ। ਤਾਂ ਆਹ ਚੀਜ਼ਾਂ ਤਾਂ ਅਸੀਂ ਪੜ੍ਹਦੇ ਹਾਂ ਯਾਰ, ਠੀਕ ਹੈ। ਜੇ ਨਹੀਂ ਪੜ੍ਹੀਆਂ ਤਾਂ ਇੱਥੇ ਪੜ੍ਹ ਲਓ, ਮਤਲਬ ਤਾਂ ਬਹੁਤ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਪਤਾ ਹੋਣ। ਤਾਂ ਇਹੀ ਇੱਥੇ ਕਥਨ ਗਲਤ ਹੈ ਕਿ ਦਾਦਰਾ ਐਂਡ ਨਗਰ ਹਵੇਲੀ 1954 'ਚ ਨਾ ਕਿ ਫਰਾਂਸ ਵਾਲਿਆਂ ਤੋਂ ਬਲਕਿ ਪੁਰਤਗਾਲੀਆਂ ਤੋਂ ਛੜਾਈ ਗਈ ਸੀ। ਬਾਕੀ 3 ਪੁਆਇੰਟ ਤੁਸੀਂ ਪੜ੍ਹ ਸਕਦੇ ਹੋ, ਇੰਪੋਰਟੈਂਟ ਨੇ ਤੁਹਾਡੇ ਨੌਲੇਜ ਵਾਸਤੇ,
कि गोवा नूं पूरी स्टेटहुड दा, क्योंकि गोवा नूं पहलां केंद्र शासित प्रदेश बनाया सी, यूटी बनाया सी, पर बाद दे विच इहनूं फुल स्टेट का दर्जा 1987 च जाके मिलदा। जिहड़ा दमन एंड दीव चों दीव वाला आईलैंड टापू है वो खंबात की खाड़ी दे विच स्थित है। तीजी गल, दमन एंड दीव ते गोवा इकट्ठे सी, गोवा तो इहनूं अलग किया गया, तो उदों बाद एक किहदे तहत होया, 56वीं अमेंडमेंट के तहत होया। उदों बाद इन्हां दोनों नूं यूटी बनाता, दोवां नूं वक्खरे केंद्र शासित प्रदेश बनाया गया सी। तो किन्नियां पॉइंट साडे लई साडे नॉलेज दे हो गए, है ना। चलो अगे चलते हैं। किहड़ी कंस्टीट्यूशनल अमेंडमेंट सी जिहदे नाल दिल्ली नूं नैशनल कैपीटल रीजन का दर्जा मिलिया? ठीक है, वैरी वैरी इंपॉर्टेंट क्वेश्चन, तो बहुत बार रिपीट होंदा। ठीक है, दिल्ली नूं NCR बोलिया गया, तो इत्थे जिहदे तहत आपां कहने आ कि इहदे दिल्ली दे विच एक संविधानिक आ गया, आपां कहने लैजिसलेटिव असैंबली भी है ना, साडे कोल एक विधानक सभा भी है। तो वो सोध सीगी 69वीं सोध। तो 69th सोध बहुत इंपॉर्टेंट है, बहुत पेपर च पूछी जाती है, तो याद रख लिओ। फैक्ट है याद रखने वाला कि दिल्ली नूं पूरा NCR का दर्जा मिलता है 69th अमेंडमेंट दे नाल। सिर्फ पुलिस का हो गया तो लैंड हो गई, जिहड़ा आ 2-3 सबजैक्ट ने या विषय ने, ये दिल्ली की सरकार कोले नहीं हैगे, ये सीधे केंद्र कोले ने, जिहदे करके प्रॉब्लम आउंदी आ बहुत सारी। तुसीं देखदे हो कि LG जिहड़ा उत्थों दा हैगा वो किन्ना मतलब आपस च इन्हां दी टसलबाजी चलदी रहिंदी है दिल्ली की सरकार नाल। ਉਹਦਾ ਕਾਰਨ ਵੱਡਾ ਇਹੀ ਹੈ ਕਿ ਪੁਲਿਸ ਨਹੀਂ ਹੈਗੀ ਕੰਟਰੋਲ ਦੇ ਵਿੱਚ ਦਿੱਲੀ ਦੇ, ਉਹ ਸਿੱਧੀ ਕੇਂਦਰ ਦੇ ਕੰਟਰੋਲ ਦੇ ਵਿੱਚ ਹੈ। ਠੀਕ ਹੈ, ਤਾਂ ਇਹ ਚੀਜ਼ ਦਾ ਧਿਆਨ ਰੱਖਿਆ ਜਾ ਸਕਦਾ। ਅੱਗੇ ਆ ਜਾਓ, ਸਿੱਕਿਮ ਪੂਰੀ ਫੁੱਲ ਸਟੇਟ ਬਣ ਗਈ ਸੀ ਭਾਰਤ ਦੇ ਅੰਡਰ ਕਿਹੜੀ ਸੋਧ ਦੇ ਤਹਿਤ? ਤਾਂ ਸਿੱਕਿਮ ਨੂੰ ਲੈ ਕੇ 36ਵੀਂ ਸੋਧ ਹੈ, ਤੇ ਇੱਕ ਸਿੱਕਿਮ ਇੱਕ ਦਿੱਲੀ, ਦੋਨੋਂ ਇੰਪੋਰਟੈਂਟ ਨੇ, ਦੋਨੋਂ ਸੋਧਾਂ ਯਾਦ ਹੋਣ, ਤੇ ਦੋਨੀਆਂ ਹੀ ਮੈਂ ਇੱਥੇ ਲਿਖਤੀਆਂ ਸਵਾਲਾਂ ਦੇ ਵਿੱਚ। ਇੱਕ 35ਵੀਂ ਸੋਧ ਹੁੰਦੀ ਹੈ, 35ਵੀਂ ਸੋਧ ਵੀ ਸਿੱਕਿਮ ਦੇ ਨਾਲ ਰਿਲੇਟਡ ਹੈ। कई बार जो दोनों ऑप्शनों च होण, जे तां पुछया जांदा है कि भाई तुसीं ये दसो कि सिक्किम पूरी फुल फ्लैज स्टेट बनी सी, सूबा बनी सी, राज बनी सी किहड़ी सोध के तहत? तां उत्तर होना चाहिए 36। फिर 35 के तहत की होया सीगा? ठीक है, 35 के तहत भी कुछ ना कुछ तो होया ही होऊगा ना। 35 के तहत एसोसीएट स्टेट, देखो जिहड़ा लास्ट दे विच फजल अली कमीशन बनिया सी, ठीक है, फजल अली कमीशन तो पहला साडे देश दे विच ना जिमें स्टेट A, स्टेट B, स्टेट C, स्टेट D, एवें 4 हिस्सों दे विच स्टेटां वंडियां होईयां सी। एक A ग्रुप च आउंदियां सी, एक B च, एक C च, D च। फजल अली कमीशन ने कहा जिहड़ा 1953 च बनिया सी भी इस गल नूं खत्म कर दो, सिर्फ 2 ही चीज़ां होण, जां एक स्टेट होवे, सूबा होवे, दूजी यूटी होवे, यूनीयन टैरेटरी यानी कि केंद्र शासित प्रदेश होवे। ਤਾਂ ਉਸ ਟਾਈਮ ਦੇ ਉੱਤੇ 14 ਸਟੇਟਾਂ ਬਣਾਈਆਂ ਗਈਆਂ ਅਤੇ 6 यूटीज़ ਬਣਾਈਆਂ ਗਈਆਂ, ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ। ਤਾਂ ਹੁਣ ਜਦੋਂ ਇੱਥੇ ਇਹਦੀ ਸਿੱਕਿਮ ਦੀ ਗੱਲ ਆਈ, ਸਿੱਕਿਮ ਦੇ ਨਾਲ ਅਸੀਂ ਨੇੜਤਾ ਵਧਾਉਣ ਦੀ ਕੋਸ਼ਿਸ਼ ਕੀਤੀ, ਤਾਂ ਸਭ ਤੋਂ ਪਹਿਲਾਂ ਸਿੱਕਿਮ ਨੂੰ ਦਰਜਾ ਦਿੱਤਾ ਗਿਆ ਐਸੋਸੀਏਟ ਸਟੇਟ ਦਾ। ਹੁਣ ਐਸੋਸੀਏਟ ਸਟੇਟ ਕੀ ਹੁੰਦੀ ਹੈ, ਇਹ ਤਾਂ ਸਾਡੇ ਕਿਤੇ ਨਾਮ ਥੇ ਵੀ ਨਹੀਂ ਸੀਗਾ, ਕਿਉਂਕਿ ਉਸ ਟਾਈਮ ਦੇ ਉੱਤੇ ਸੰਵਿਧਾਨ 'ਚ ਤਾਂ 2 ਹੀ ਗੱਲਾਂ ਜਾਣੂ ਸੀ, ਇੱਕ ਸਟੇਟ, ਇੱਕ यूटी। ਨਵਾਂ ਸ਼ਬਦ ਆਉਣ ਕਰਕੇ ਇਹਨਾਂ ਨੂੰ ਸੰਵਿਧਾਨ 'ਚ ਨਵਾਂ ਸ਼ਬਦ ਜੋੜਨਾ ਪਿਆ ਕਿ ਐਸੋਸੀਏਟ ਸਟੇਟ ਨਾਮ ਦੀ ਚੀਜ਼ ਵੀ ਹੋਊਗੀ, ਅਤੇ ਜਿਹੜੀ ਚੀਜ਼ ਤੁਹਾਨੂੰ ਪਤਾ ਹੋਵੇ, ਅਤੇ ਇਹਨੂੰ ਫਿਰ 35ਵੀਂ ਸੋਧ ਦੇ ਤਹਿਤ ਇਹਦੇ ਵਿੱਚ ਜੋੜਿਆ ਗਿਆ। ਹੁਣ ਉਦੋਂ ਬਾਅਦ ਐਸੋਸੀਏਟ ਸਟੇਟ ਤੋਂ ਬਾਅਦ ਇੱਥੇ ਕਰਾਇਆ ਗਿਆ ਪਲੈਬੀਸਾਈਟ, ਜਾਂ ਤੁਸੀਂ ਕਹਿ ਲਓ ਰੈਫਰੈਂਡਮ। ਉਹਦੇ ਵਿੱਚ ਕੀ ਆ, ਲੋਕਾਂ ਤੋਂ ਵੋਟਾਂ ਪਵਾਈਆਂ ਗਈਆਂ, ਪੁੱਛਿਆ ਗਿਆ ਵੀ ਭਾਈ ਸਿੱਕਿਮ ਵਾਲਿਆਂ ਨੂੰ ਦੱਸੋ ਤੁਸੀਂ ਭਾਰਤ ਦੇ ਵਿੱਚ ਮਿਲਣਾ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ। ਲੋਕ ਕਹਿੰਦੇ ਹਾਂ ਜੀ ਅਸੀਂ ਭਾਰਤ ਦਾ ਹਿੱਸਾ ਬਣਨਾ ਚਾਹੁੰਦੇ ਹਾਂ। ਇਹਨਾਂ ਨੇ ਜਦੀ ਸੰਵਿਧਾਨ ਦੇ ਵਿੱਚ ਦੁਬਾਰਾ ਸੋਧ ਕੀਤੀ ਅਤੇ ਐਸੋਸੀਏਟ ਖਤਮ ਕੀਤਾ। ਕੋਈ ਵੀ ਚੀਜ਼ ਨਵੀਂ ਜੋੜਨੀ ਹੈ, ਨਵੀਂ ਘਟਾਉਣੀ ਹੈ, ਤਾਂ ਉਹਦੇ ਲਈ ਸੋਧ ਤਾਂ ਕਰਨੀ ਪਊ। ਜੋੜੀ 35ਵੀਂ ਦੇ ਨਾਲ, ਅਤੇ 36ਵੀਂ ਦੇ ਨਾਲ ਇਹਨੂੰ ਕੱਟ ਕੇ ਅਤੇ ਇਹਨੂੰ ਦਰਜਾ ਮਿਲ ਗਿਆ ਸੂਬੇ ਦਾ। ਇਸ ਕਰਕੇ ਜੇ ਪੁੱਛਿਆ ਜਾਵੇ ਕਿ ਐਸੋਸੀਏਟ ਸਟੇਟ ਦਾ ਦਰਜਾ ਸਿੱਕਿਮ ਨੂੰ, ਉਹ 35ਵੀਂ ਸੋਧ 'ਤੇ। ਜੇ ਪੁੱਛਿਆ ਜਾਵੇ ਵੀ ਭਾਈ ਪੂਰੀ ਸਟੇਟ ਦਾ ਦਰਜਾ ਕਿਹੜੀ ਸੋਧ 'ਤੇ ਮਿਲਿਆ, ਤਾਂ ਉਹਦਾ ਆਨਸਰ ਹੋਣਾ ਚਾਹੀਦਾ ਸਾਡਾ 36ਵੀਂ ਸੋਧ ਦੇ ਤਹਿਤ ਮਿਲਿਆ। ਠੀਕ ਹੈ, ਤਾਂ ਇਸ ਗੱਲ 'ਚ ਕੋਈ ਕਨਫਿਊਜ਼ਨ ਨਹੀਂ ਰਹਿਣੀ ਚਾਹੀਦੀ ਮੇਰੇ ਹਿਸਾਬ ਨਾਲ। ਅਗਲੀ ਗੱਲ, ਇੱਕ ਪੁੱਛਿਆ ਜਾਂਦਾ ਹੁੰਦਾ ਕਿਹੜੀ ਸਟੇਟ ਸੀ ਜਿਹਨੂੰ, ਠੀਕ ਹੈ, ਤੁਸੀਂ ਦਰਜਾ ਦਿੱਤਾ ਸੀ ਸਬ ਸਟੇਟ ਦਾ। ਸਬ ਸਟੇਟ ਦਾ ਦਰਜਾ ਵੀ ਇੱਕ ਦਿੱਤਾ ਗਿਆ ਸੀ, ਉਹ ਦਿੱਤਾ ਗਿਆ ਸੀ ਮੇਘਾਲਿਆ ਨੂੰ। ਇਹ ਦੋਨੇ ਸਵਾਲ ਪੇਪਰਾਂ ਦੇ ਬਹੁਤ ਫੇਵਰੇਟ ਨੇ। ਇੱਕ ਤੁਹਾਡੇ ਤੋਂ ਪੁੱਛਿਆ ਜਾਊਗਾ ਕਿ ਐਸੋਸੀਏਟ ਸਟੇਟ ਕਿਹਨੂੰ ਬਣਾਇਆ ਸੀ, ਕਿਹੜੀ ਸਟੇਟ ਨੂੰ? ਉਹ ਬਣਾਇਆ ਗਿਆ ਸੀ ਸਿੱਕਿਮ ਨੂੰ। ਸਬ ਸਟੇਟ ਦਾ ਦਰਜਾ ਕਿਹਨੂੰ ਦਿੱਤਾ ਗਿਆ ਸੀਗਾ? ਸਬ ਸਟੇਟ ਦਾ ਦਰਜਾ ਮੇਘਾਲਿਆ ਨੂੰ ਦਿੱਤਾ ਗਿਆ ਸੀ। ਤਾਂ ਦੋਹੇ ਸਵਾਲ ਦਿਮਾਗ 'ਚ ਰਹਿਣ। ਅੱਗੇ ਆ ਜਾਓ, ਅਗਲੇ ਸਵਾਲ 'ਤੇ ਮੂਵ ਕਰਦੇ ਹਾਂ।
ਹੁਣ ਇੱਥੇ ਤੁਹਾਡੇ ਤੋਂ ਆਰਡਰ ਪੁੱਛ ਲਿਆ ਵੀ ਕਿਹੜੇ ਆਰਡਰ ਦੇ ਵਿੱਚ ਬਣੀਆਂ ਹੋਈਆਂ ਨੇ। ਦੇਖੋ ਆਰਡਰ ਵਾਸਤੇ ਤਾਂ ਜੇ ਸਾਰੀਆਂ ਸਟੇਟਾਂ ਪਤਾ ਹੋਣਗੀਆਂ ਤਾਂ ਹੀ ਗੱਲ ਬਣ ਸਕਦੀ ਹੈ। ਠੀਕ ਹੈ, ਹੁਣ ਜਿਵੇਂ ਕਿ ਆਪਾਂ ਗੱਲ ਕਰੀਏ ਕਿ 14+6 ਦਾ ਸਟੇਟਸ ਤਾਂ ਫਜ਼ਲ ਅਲੀ ਤੱਕ ਰਿਹਾ, ਉਦੋਂ ਬਾਅਦ 15ਵੀਂ ਸਟੇਟ 16ਵੀਂ ਸਟੇਟ ਐਵੇਂ ਬਣੀ। 15ਵੀਂ ਸਟੇਟ ਬਣਦੀ ਹੈਗੀ ਜਾ ਕੇ ਗੁਜਰਾਤ। ਗੁਜਰਾਤ ਕਿਵੇਂ ਬਣਦੀ ਹੈ? ਦੇਖੋ ਸਾਲ ਸੀਗਾ 1960। 1960 ਦੇ ਵਿੱਚ ਰੌਲਾ ਪੈ ਗਿਆ ਗੁਜਰਾਤ ਅਤੇ ਮਹਾਰਾਸ਼ਟਰ ਦਾ, ਕਿਉਂਕਿ ਉਹ ਜਿਹੜਾ ਬੰਬੇ ਵਾਲਾ ਏਰੀਆ ਸੀ ਪਹਿਲਾਂ ਬੰਬੇ ਹੀ ਬੋਲਦੇ ਸੀਗੇ, ਤਾਂ ਬੰਬੇ ਦੇ ਵਿੱਚ ਮਰਾਠੀ ਬੋਲਣ ਵਾਲੇ ਲੋਕ ਵੀ ਸੀ, ਗੁਜਰਾਤੀ ਬੋਲਣ ਵਾਲੇ ਲੋਕ ਵੀ ਸੀ। ਤਾਂ ਭਾਸ਼ਾ ਦੇ ਆਧਾਰ 'ਤੇ ਰੌਲੇ ਤਾਂ ਚੱਲ ਹੀ ਰਹੇ ਸੀ ਵੀ ਭਾਈ ਭਾਸ਼ਾ ਦੇ ਆਧਾਰ 'ਤੇ ਸੂਬੇ ਵੰਡੇ ਜਾਣ। ਮਰਾਠੀ ਬੋਲਣ ਵਾਲਿਆਂ ਨੂੰ ਮਹਾਰਾਸ਼ਟਰ ਦੇਤਾ, ਗੁਜਰਾਤੀ ਬੋਲਣ ਵਾਲਿਆਂ ਨੂੰ ਗੁਜਰਾਤ ਦੇਤਾ, ਗੱਲ ਖਤਮ ਕੀਤੀ। ਠੀਕ ਹੈ, ਤਾਂ ਆਹ ਪੁਆਇੰਟ ਸਾਨੂੰ ਪਤਾ ਹੋਵੇ। ਤਾਂ ਗੁਜਰਾਤ ਮਰਾਠੀ ਬੋਲਣ ਤਾਂ ਬੰਬੇ ਸੀ, ਉਹਨੂੰ ਤਾਂ ਮਹਾਰਾਸ਼ਟਰ ਹੀ ਦੇਤਾ, ਆਲਰੇਡੀ ਮਹਾਰਾਸ਼ਟਰ ਸੀ, ਤਾਂ ਨਵਾਂ ਦਾ ਕੋਈ ਸਟੇਟ ਹੀ ਨਹੀਂ ਬਣਿਆ। ਹਾਂ ਗੁਜਰਾਤ ਵੱਖਰਾ ਕੱਢਿਆ ਅਤੇ ਗੁਜਰਾਤੀਆਂ ਲਈ ਉਹ 15ਵੀਂ ਸਟੇਟ ਬਣ ਗਈ। 16ਵੀਂ ਸਟੇਟ ਦਾ ਦਰਜਾ ਫਿਰ ਮਿਲਦਾ ਜੀ ਜਾ ਕੇ ਜਦੋਂ ਅਸਾਮ ਦੇ ਵਿੱਚੋਂ ਨਾਗਾਲੈਂਡ ਰੌਲਾ ਪਾ ਲੈਂਦਾ। ਦੇਖੋ ਨਾਗਾਜ਼ ਤਾਂ ਬਹੁਤ ਕੱਬੇ ਨੇ ਬੰਦੇ, ਠੀਕ ਹੈ, ਉਹ ਤਾਂ ਹੁਣ ਵੀ ਕਹਿੰਦੇ ਨੇ ਨਾਗਾਲਿੰਗਮ ਬਣਾਉਣ ਨੂੰ। ਉਹ ਪਤਾ ਨਹੀਂ ਕਿੰਨੀਆਂ ਸਟੇਟਾਂ ਦੇ ਵਿੱਚ ਜਿੱਥੇ ਵੀ ਕਹਿੰਦੇ ਨਾਗਾ ਲੋਕ ਰਹਿੰਦੇ ਨੇ ਉਹ ਸਾਰਿਆਂ ਦਾ ਇੱਕੋ ਹੀ ਦੇਸ਼ ਹੋਣਾ ਚਾਹੀਦਾ, ਮਤਲਬ ਇੱਕੋ ਹੀ ਸੂਬਾ ਹੋਣਾ ਚਾਹੀਦਾ। ਤਾਂ ਇਹਨਾਂ ਦੀ ਤਾਂ ਗੱਲ ਹੀ ਛੱਡ ਦਿਓ। ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਰੌਲਾ ਪਾ ਲਿਆ ਵੀ ਅਸੀਂ ਨਾਗਾਲੈਂਡ ਜਿਹੜੇ ਨਾਗਾ ਹਿਲਸ 'ਚ ਰਹਿੰਦੇ ਹਾਂ, ਅਸੀਂ ਪਹਾੜੀਆਂ ਦੇ 'ਚ ਰਹਿੰਦੇ ਹਾਂ ਜਾਂ ਉਹਦੇ ਨਾਲ ਲੱਗਦੇ ਏਰੀਆਜ਼ ਨੇ ਜਿੱਥੇ ਨਾਗਾ ਦੀ ਡੋਮੀਨੈਂਸ ਹੈ, ਸਾਨੂੰ ਵੱਖਰਾ ਸੂਬਾ ਚਾਹੀਦਾ, ਅਸੀਂ ਅਸਾਮ 'ਚ ਕਿਉਂ ਰਹੀਏ। ਅਸਾਮ 'ਚੋਂ ਨਿਕਲੇ ਅਤੇ ਸਾਲ ਕਿਹੜਾ ਸੀ? ਸਾਲ ਸੀ 1963। 63 ਦੇ ਵਿੱਚ ਨਾਗਾਲੈਂਡ ਹੁੰਦੀ ਹੈ। 17ਵੀਂ ਸਟੇਟ ਕਿਹੜੀ ਬਣਦੀ ਹੈ? 17ਵੀਂ ਸਟੇਟ ਹੁੰਦੀ ਹੈ ਸਾਡੇ ਵਾਲੀ 1966 ਦੇ ਵਿੱਚ ਜਾ ਕੇ, ਮਤਲਬ ਸਾਡੇ 'ਚੋਂ ਹਰਿਆਣਾ ਵੱਖਰਾ ਹੋ ਜਾਂਦਾ ਹੈ। ਪੰਜਾਬ ਤਾਂ ਆਲਰੇਡੀ ਸੀਗਾ, ਤਾਂ ਪੰਜਾਬ ਤਾਂ ਵੱਖਰਾ ਹੋਇਆ, ਤਾਂ ਪੰਜਾਬ ਤਾਂ ਆਲਰੇਡੀ ਇੱਕ ਸਟੇਟ ਸੀ। ਹਰਿਆਣਾ ਨਵਾਂ ਸਟੇਟ ਬਣਿਆ, ਤਾਂ ਕਰਕੇ 17ਵਾਂ ਉਹਨੂੰ ਦਰਜਾ ਮਿਲਿਆ। ਅਤੇ ਇਸੇ ਟਾਈਮ ਦੇ ਉੱਤੇ ਹਿਮਾਚਲ ਨੂੰ ਕੀ ਮਿਲਿਆ ਸੀ? ਯੂਟੀ ਦਾ ਦਰਜਾ। ਤਾਂ 5 ਸਾਲ ਹਿਮਾਚਲ ਵਾਲੇ ਨਹੀਂ ਖੜ੍ਹੇ, 5 ਸਾਲਾਂ 'ਚ ਉਹਨਾਂ ਦੇ ਬੁਲਬੁਲੇ ਹੀ ਉੱਠਣ ਲੱਗ ਗਏ, ਕਹਿੰਦੇ ਸਾਨੂੰ ਵੀ ਸਟੇਟ ਦਾ ਦਰਜਾ ਦਿਓ। ਤਾਂ ਹਿਮਾਚਲ ਪ੍ਰਦੇਸ਼ ਨੂੰ 1971 ਦੇ ਵਿੱਚ ਜਾ ਕੇ ਸਟੇਟ ਦਾ ਦਰਜਾ ਮਿਲ ਜਾਂਦਾ ਹੈ। ਠੀਕ ਹੈ ਜੀ, 18 ਨੰਬਰ ਤੱਕ ਪਹੁੰਚ ਗਏ। ਫਿਰ ਉਸ ਤੋਂ ਬਾਅਦ ਗੱਲ ਆਉਂਦੀ ਹੈ ਸਾਲ 1972 ਦੀ, 71 ਹੈ 1972 ਦੀ। 1972 ਦੇ ਵਿੱਚ 3 ਸੂਬੇ 19 ਨੰਬਰ 20 ਨੰਬਰ ਅਤੇ 21 ਨੰਬਰ 3 ਸਟੇਟਾਂ ਨਿਕਲਦੀਆਂ ਨੇ, ਉਹ ਵੀ ਅਸਾਮ ਦੇ ਵਿੱਚੋਂ ਹੀ ਨਿਕਲਦੀਆਂ ਨੇ ਕਿਉਂਕਿ ਅਸਾਮ ਬਹੁਤ ਵੱਡਾ ਸੀ। ਕਿਹੜੀਆਂ? ਸਭ ਤੋਂ ਪਹਿਲਾਂ ਮਨੀਪੁਰ 19ਵੇਂ ਨੰਬਰ 'ਤੇ, 20ਵੇਂ ਨੰਬਰ 'ਤੇ ਨਿਕਲਦੀ ਹੈ ਜੀ ਤ੍ਰਿਪੁਰਾ, ਅਤੇ ਉਸ ਤੋਂ ਬਾਅਦ ਸਾਡੇ ਕੋਲ ਬਣਦੀ ਹੈ ਅਗਲੀ ਜਿਹੜੀ ਜਿਹਨੂੰ ਅਸੀਂ 22 ਨੰਬਰ ਸਟੇਟ 21 ਨੰਬਰ ਸਟੇਟ ਦੇ ਤੌਰ 'ਤੇ ਜਾਣਦੇ ਹਾਂ, ਦੈਟ ਇਜ਼ ਮੇਘਾਲਿਆ। ਤਾਂ ਆਹ 3 ਸਟੇਟਾਂ ਇਕੱਠੀਆਂ ਬਣਦੀਆਂ ਨੇ। ਠੀਕ ਹੈ, ਤਾਂ ਇਹਨੂੰ ਵੀ ਤੁਸੀਂ ਧਿਆਨ 'ਚ ਰੱਖਿਓ। ਕਦੋਂ ਬਣਦੀਆਂ ਨੇ? 1972 ਦੇ ਵਿੱਚ। ਤਾਂ ਕਿੱਥੇ ਤੱਕ ਪਹੁੰਚ ਗਏ ਸੀ? 21 ਤੱਕ ਪਹੁੰਚ ਗਏ। ਠੀਕ ਹੈ, ਹੌਲੀ ਹੌਲੀ ਪੂਰੀਆਂ ਕਰਾਂਗੇ, ਪੂਰੀਆਂ 28 29 ਤੱਕ ਲੈ ਕੇ ਜਾਵਾਂਗੇ, ਹੈ ਨਾ। ਚਲੋ ਐਨੀਵੇਜ਼ ਅੱਗੇ ਗੱਲ ਕਰਦੇ ਹਾਂ। ਹੁਣ ਉਸ ਤੋਂ ਬਾਅਦ ਆਉਂਦਾ ਜੀ ਸਾਲ ਆਪਣੇ ਕੋਲੇ 1975। 1975 ਦੇ ਵਿੱਚ ਜਿਵੇਂ ਕਿ ਪਿੱਛੇ ਗੱਲ ਕੀਤੀ ਹੈ ਸਿੱਕਿਮ ਦੀ, ਤਾਂ ਸਿੱਕਿਮ ਨੂੰ ਦਰਜਾ ਮਿਲਦਾ 36ਵੀਂ ਸੋਧ ਦੇ ਤਹਿਤ। ਠੀਕ ਹੈ, ਉਹ ਤਾਂ 35 36 ਸੋਧਾਂ ਆਪਾਂ ਦੇਖ ਲਈਆਂ, ਉਹਦੇ 'ਤੇ ਗੱਲ ਕਰ ਚੁੱਕੇ ਹਾਂ, ਤਾਂ ਬਾਰ-ਬਾਰ ਟਾਈਮ ਖਰਾਬ ਕਰਨ ਦੀ ਲੋੜ ਨਹੀਂ। ਫਿਰ ਆਉਂਦਾ ਸਾਲ 1987। 1987 ਦੇ ਵਿੱਚ 2 ਜਿਹੜੀਆਂ ਕਿ ਜਦੋਂ ਆਹ 3 ਵੱਖਰੀਆਂ ਕਰੀਆਂ ਸੀ, ਮੇਘਾਲਿਆ, ਮਿਜ਼ੋਰਮ ਅਤੇ ਮਨੀਪੁਰ, ਇਸੇ ਟਾਈਮ ਦੇ ਉੱਤੇ ਜਿਹੜੀ ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਸੀ, ਮਿਜ਼ੋਰਮ ਸੀ ਕਿਉਂਕਿ ਇੱਥੇ ਮੇਘਾਲਿਆ ਦਾ ਸਟੇਟ ਬਣ ਗਈ ਨਾ, ਤਾਂ ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਨੂੰ ਯੂਟੀ ਬਣਾਤਾ ਸੀ, ਉਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਤਾ ਸੀ। ਤਾਂ 87 ਤੱਕ ਆ ਕੇ ਇਹ ਵੀ ਕਹਿੰਦੇ ਸਾਨੂੰ ਸਟੇਟ ਦਾ ਦਰਜਾ ਦਿਓ। ਫਿਰ 23ਵੀਂ ਸਟੇਟ ਦਾ ਦਰਜਾ, ਯਾਨੀ ਕਿ 23ਵੀਂ ਸਟੇਟ ਸਾਡੇ ਕੋਲ ਬਣੀ ਜਾ ਕੇ, ਤਾਂ ਇਹ 22ਵੀਂ ਸਟੇਟ ਸੀ ਜਿਹੜੀ ਸਿੱਕਿਮ ਸੀ, ਤਾਂ 23ਵੀਂ ਸਟੇਟ ਸਾਡੇ ਕੋਲ ਕਿਹੜੀ ਬਣਦੀ ਹੈ? 23ਵੀਂ ਬਣਦੀ ਹੈ ਜੀ ਮਿਜ਼ੋਰਮ। ਅਤੇ ਇਸੇ ਸਾਲ ਹੀ ਸੇਮ ਟਾਈਮ ਦੇ ਉੱਤੇ 24ਵੀਂ ਸਟੇਟ ਦਾ ਦਰਜਾ ਦਿੱਤਾ ਜਾਂਦਾ ਅਰੁਣਾਚਲ ਪ੍ਰਦੇਸ਼ ਨੂੰ। ਤਾਂ 2 ਸਟੇਟਾਂ ਇਹ ਨਿਕਲ ਜਾਂਦੀਆਂ ਨੇ ਸਾਡੇ ਕੋਲੇ। ਸਮਝ ਗਏ ਗੱਲ? ਤਾਂ ਇੱਥੇ ਤੱਕ ਕਿੰਨੀਆਂ? 24 ਸਟੇਟਾਂ ਪੂਰੀਆਂ ਹੋ ਗਈਆਂ। ਚਲੋ ਥੋੜ੍ਹੀਆਂ ਜਿਹੀਆਂ ਰਹਿ ਗਈਆਂ। ਹੁਣ ਅੱਗੇ ਸਾਲ ਆਉਂਦਾ ਜੀ 2000। 2000 ਵਾਜਪਾਈ ਸਾਹਿਬ ਦੀ ਸਰਕਾਰ ਸੀ। ਉਸ ਟਾਈਮ ਦੇ ਉੱਤੇ ਮੈਨੂੰ ਲੱਗਦਾ, ਜਿੰਨਾ ਕੁ ਮੈਂ ਮੰਨਦਾ, ਕਿ ਸਭ ਤੋਂ ਸਹੀ ਵੰਡ ਕੀਤੀ ਗਈ ਸੀ। 25, 26, 27 3 ਸਟੇਟਾਂ ਨਿਕਲਦੀਆਂ ਨੇ। 25ਵੇਂ ਨੰਬਰ 'ਤੇ ਸਟੇਟ ਜਿਹੜੀ ਨਿਕਲਦੀ ਹੈ ਉਹ ਸੀਗੀ ਛੱਤੀਸਗੜ੍ਹ। 26ਵੇਂ 'ਤੇ ਜਿਹੜੀ ਸਟੇਟ ਨਿਕਲਦੀ ਹੈ ਉਹ ਸੀਗੀ ਉੱਤਰਾਖੰਡ। 27ਵੇਂ ਨੰਬਰ 'ਤੇ ਜਿਹੜੀ ਸਟੇਟ ਨਿਕਲਦੀ ਆ ਉਹ ਸੀ ਝਾਰਖੰਡ। ਕੋਈ ਦੱਸ ਸਕਦਾ ਕਿਹੜੀ 'ਚੋਂ ਨਿਕਲੀ ਸੀ? ਛੱਤੀਸਗੜ੍ਹ ਜਿਹੜੀ ਸਟੇਟ ਕੱਢੀ ਗਈ ਸੀ, ਇਹ ਛੱਤੀਸਗੜ੍ਹ ਨੂੰ ਕੱਢਿਆ ਗਿਆ ਸੀਗਾ
ਮੱਧ ਪ੍ਰਦੇਸ਼ ਦੇ ਵਿੱਚੋਂ। ਅਤੇ ਜਿਹੜੀ ਸਾਡੇ ਕੋਲ ਸਟੇਟ ਉੱਤਰਾਖੰਡ ਹੈ ਇਹ ਯੂਪੀ 'ਚੋਂ ਕੱਢੀ ਗਈ ਸੀ, ਅਤੇ ਜਿਹੜੀ ਝਾਰਖੰਡ ਸਟੇਟ ਹੈ ਇਹ ਕਿੱਥੋਂ ਨਿਕਲੀ ਸੀ? ਇਹ ਬਿਹਾਰ 'ਚੋਂ ਨਿਕਲੀ ਸੀ। ਤਾਂ ਇਹ ਜੈਨੂਇਨ ਕਿਉਂ ਨੇ? ਕਿਉਂ ਮੈਂ ਇਹਨਾਂ ਨੂੰ ਜੈਨੂਇਨ ਮੰਨਦਾ? ਕਿਉਂਕਿ ਇੱਥੇ ਕੋਈ ਲੈਂਗੁਏਜ ਭਾਸ਼ਾ ਭੂਸ਼ਾ ਵਾਲਾ ਆਧਾਰ ਨਹੀਂ ਸੀ, ਇਹਨਾਂ ਲੋਕਾਂ ਦੀਆਂ ਮੰਗਾਂ ਜਾਇਜ਼ ਸੀ। ਜਿਵੇਂ ਮੈਂ ਉੱਤਰਾਖੰਡ ਦੀ ਗੱਲ ਕਰ ਲਵਾਂ, ਪਹਿਲਾਂ ਉੱਤਰਾਂਚਲ ਕਹਿੰਦੇ ਸੀ, ਬਾਅਦ 'ਚ ਉੱਤਰਾਖੰਡ ਬਣ ਗਿਆ। ਉੱਤਰਾਖੰਡ ਦੇ ਲੋਕ ਪਹਾੜੀ ਲੋਕ ਨੇ, ਜਿੰਨਾ ਯੂਪੀ ਦਾ ਪਹਾੜੀ, ਯੂਪੀ ਜ਼ਿਆਦਾਤਰ ਅਸੀਂ ਯੂਪੀ 'ਚ ਦੇਖੀਏ ਤਾਂ ਮੈਦਾਨੀ ਇਲਾਕਾ ਹੈ, ਅਤੇ ਜਿਹੜਾ ਉੱਤਰਾਖੰਡ ਵਾਲਾ ਹਿੱਸਾ ਹੈ ਉਹ ਪਹਾੜੀ ਇਲਾਕਾ। ਉਹੀ ਇਲਾਕਾ ਜਿਵੇਂ ਦੇਹਰਾਦੂਨ ਹੋ ਗਿਆ, ਰਿਸ਼ੀਕੇਸ਼ ਜਿੱਥੇ ਤੁਸੀਂ ਘੁੰਮਣ ਜਾਂਦੇ ਹੋ, ਹਿਲ ਸਟੇਸ਼ਨਸ ਬਣੇ ਹੋਏ ਨੇ। ਹੁਣ ਉਹ ਲੋਕ ਪਹਾੜੀ ਨੇ, ਅਤੇ ਯੂਪੀ ਮੈਕਸੀਮਮ ਦੇ ਲੋਕ ਜਿਹੜੇ ਹੈਗੇ ਨੇ ਉਹ ਮੈਦਾਨੀ ਏਰੀਆ ਵਾਲੇ ਨੇ। ਪਹਾੜੀ ਲੋਕਾਂ ਦੀਆਂ ਮੰਗਾਂ ਅੱਡ ਨੇ, ਉਹਨਾਂ ਦੀਆਂ ਬਿਮਾਰੀਆਂ ਅੱਡ ਨੇ, ਉਹਨਾਂ ਦਾ ਰਹਿਣਾ ਸਹਿਣਾ ਅਲੱਗ ਹੈ, ਮੈਦਾਨੀ ਇਲਾਕਾਂ ਦਾ ਅਲੱਗ ਹੈ। ਇੱਥੇ ਸਰਕਾਰ ਉਹਨਾਂ ਦੇ ਨਾਲ ਪੂਰਾ ਨਿਆਂ ਨਹੀਂ ਕਰ ਪਾਉਂਦੀ ਸੀ। ਸਰਕਾਰ ਦਾ ਬਜਟ ਜਿਹੜਾ ਸੀਗਾ ਉਹ ਜ਼ਿਆਦਾ ਮੈਦਾਨੀ ਲੋਕਾਂ ਨੂੰ ਡੋਮੀਨੇਟ ਕਰ ਜਾਂਦਾ ਸੀ ਪਹਾੜੀ ਲੋਕਾਂ ਦੇ ਮੁਕਾਬਲੇ। ਤਾਂ ਇਸ ਕਰਕੇ ਇੱਕ ਐਡਮਿਨਿਸਟ੍ਰੇਸ਼ਨ ਕਰਨ 'ਚ ਬਹੁਤ ਪ੍ਰੋਬਲਮ ਆਉਂਦੀ ਸੀ, ਇਹਨੂੰ ਸਾਂਭਣ ਸੰਭਾਉਣ 'ਚ। ਤਾਂ ਇਹ ਕਾਰਨ ਸੀ ਕਿ ਤਿੰਨਾਂ ਨੂੰ ਵੱਖਰਾ ਕਰਿਆ ਗਿਆ। ਤਾਂ ਇਹ ਇੱਥੇ ਤੱਕ ਸਾਡੇ ਕੋਲ ਜਾਂਦੇ ਜਾਂਦੇ 27ਵੀਂ ਇਹ ਸਟੇਟਾਂ ਬਣ ਗਈਆਂ, ਹੈ ਨਾ। ਤਾਂ ਇਹਦੇ ਵਿੱਚ ਕੋਈ ਮੈਨੂੰ ਨਹੀਂ ਲੱਗਦਾ ਕਿ ਦੁਹਰਾ ਕੋਈ ਹੋਣਾ ਚਾਹੀਦਾ। ਤਾਂ ਤੁਹਾਨੂੰ ਕਲੀਅਰ ਹੈ ਇਹ ਸਾਰਾ ਫੰਡਾ ਜਿਹੜਾ ਆਪਾਂ ਗੱਲ ਕਰੀਏ, ਰਾਈਟ। ਤਾਂ ਅੱਗੇ ਜੇ ਆਪਾਂ ਗੱਲ ਕਰੀਏ, ਫਿਰ ਜਾ ਕੇ ਸਾਡੇ ਕੋਲ 2014 ਦੇ ਵਿੱਚ ਤੇਲੰਗਾਨਾ ਅਲੱਗ ਹੋ ਜਾਂਦੀ ਹੈ, ਠੀਕ ਹੈ। ਤੇਲੰਗਾਨਾ ਵੀ ਤਾਂ ਵੱਖਰੀ ਹੋ ਜਾਂਦੀ ਹੈ ਸਾਡੇ ਕੋਲ, ਜਿਹੜੀ ਕਿ ਕਿਹਦੇ ਤੋਂ ਵੱਖਰੀ ਹੋਈ ਸੀਗੀ? ਤੇਲੰਗਾਨਾ ਵੱਖਰੀ ਹੋਈ ਸੀਗੀ ਸਾਡੇ ਕੋਲ ਆਂਧਰਾ ਪ੍ਰਦੇਸ਼ 'ਚੋਂ। ਇਹ ਤਾਂ ਹਲੇ ਥੋੜ੍ਹੇ ਸਾਲ ਦੀ ਗੱਲ ਹੈ, BJP ਸਰਕਾਰ ਵੇਲੇ ਨੂੰ, ਹੈ ਨਾ, ਉਦੋਂ ਹੀ ਕੀਤੀ ਗਈ ਹੈ। ਤਾਂ ਇਹ ਤਾਂ ਤੁਹਾਨੂੰ ਮੋਸਟ ਪ੍ਰੋਬਲੀ ਪਤਾ ਹੋਊਗੀ, ਨਹੀਂ ਪਤਾ ਤਾਂ ਪਤਾ ਹੋਵੇ ਕਿ ਤੇਲੰਗਾਨਾ ਵੀ ਇੱਕ ਸੂਬਾ ਬਣਦਾ ਹੈ, ਰਾਈਟ। ਤਾਂ ਆਹ ਕੁਛ ਕਹਾਣੀ ਸੀਗੀ ਇਹ ਸਟੇਟਸ ਦੀ, ਜਿਹੜੀਆਂ ਸਟੇਟਸ ਵੱਖਰੀਆਂ ਕੱਢੀਆਂ ਗਈਆਂ, ਕਿਸ ਤਰੀਕੇ ਨਾਲ ਸਟੇਟਸ ਵੱਖਰੀਆਂ ਹੁੰਦੀਆਂ ਨੇ ਐਂਡ ਆਲ, ਹੈ ਨਾ। ਇਹ ਸਾਰੀ ਚੀਜ਼ ਸਾਨੂੰ ਪਤਾ ਹੋਣੀ ਚਾਹੀਦੀ ਹੈ। ਅੱਛਾ, ਇੱਕ ਸਟੇਟ ਟੋਟਲ 29 ਹੋਣੀਆਂ ਚਾਹੀਦੀਆਂ, ਇੱਕ ਆਪਣੇ ਕੋਲ ਘੱਟ ਰਹੀ ਹੈ ਕਿਤੇ। ਚਲੋ ਦੇਖਦੇ ਹਾਂ ਕਿੱਥੇ ਘਟੀ। ਅੱਛਾ ਹਾਂ, ਉਰੇ ਤੁਹਾਡੇ ਕੋਲ ਗੋਆ ਵੀ ਸਟੇਟ ਬਣੀ ਸੀ, ਠੀਕ ਹੈ, ਕਿਉਂਕਿ ਗੋਆ ਨੂੰ ਵੀ ਤਾਂ ਦਰਜਾ ਗੋਆ ਦਾ ਵਿੱਚ ਕਿਤੇ ਛੱਡ ਹੀ ਦਿੱਤੀ ਸੀ ਆਪਾਂ ਨੇ। ਤਾਂ ਗੋਆ 25 ਸਟੇਟ ਨੰਬਰ ਜਾਂਦਾ, ਅਤੇ 26, 27, 28 ਕਰੋ ਉਰੇ, ਠੀਕ ਹੈ। ਉਰੇ ਨੰਬਰਿੰਗ ਥੋੜ੍ਹੀ ਜਿਹੀ ਗੜਬੜ ਹੋ ਗਈ, ਇਹ 26 ਹੈ, 25 ਤੇ ਗੋਆ ਸੀ, 26 ਇਹ, 27 ਉੱਤਰਾਖੰਡ, ਅਤੇ 28 ਨੰਬਰ ਸਾਡੇ ਕੋਲ ਝਾਰਖੰਡ, ਅਤੇ 29ਵੀਂ ਸਟੇਟ ਬਣਦੀ ਹੈ ਜਾ ਕੇ ਤੇਲੰਗਾਨਾ। ਤਾਂ ਹੀ ਤਾਂ ਮੈਂ ਬੋਲਿਆ ਕਿ ਪਹਿਲਾਂ 29 ਸੀ, ਹੁਣ JNK ਨੂੰ ਜਦੋਂ ਦਾ ਤੋੜਤਾ ਤਾਂ 28 ਰਹਿ ਗਈਆਂ ਸਾਡੇ ਕੋਲ ਸਟੇਟਸ। ਤਾਂ ਅੱਜ ਦੀ ਡੇਟ 'ਚ 28 ਨੇ ਸਟੇਟਸ। ਹੁਣ ਜੋ ਮੈਂ ਰਾਮ ਕਹਾਣੀ ਦੱਸੀ, ਹੁਣ ਤੁਸੀਂ ਕੱਢੋ ਇਹਦੇ ਵਿੱਚੋਂ ਸੀਕੁਐਂਸ 'ਚ ਪਹਿਲਾਂ ਕਿਹੜੀ ਬਣੀ ਆ, ਬਾਅਦ 'ਚ ਕਿਹੜੀ ਬਣੀ ਆ। ਮੈਨੂੰ ਲੱਗਦਾ ਤੁਹਾਨੂੰ ਕੋਈ ਬੜਾ ਚੱਕਰ ਹੋਣਾ ਨਹੀਂ ਚਾਹੀਦਾ। ਨਾਗਾਲੈਂਡ ਕਿਹੜੇ ਸਾਲ 'ਚ ਬਣੀ ਆ? ਹੁਣੇ ਦੱਸਿਆ 1963 'ਚ। ਫਿਰ 66 ਦੇ ਵਿੱਚ ਹਰਿਆਣਾ। ਸਿੱਕਿਮ ਕਿੰਨੇ 'ਚ ਬਣੀ? 75 ਦੇ ਵਿੱਚ। ਅਤੇ ਅਰੁਣਾਚਲ ਕਦੋਂ ਜਾ ਕੇ ਬਣਦੀ ਹੈ? 1987 ਦੇ ਵਿੱਚ। ਸਾਲ ਵੀ ਯਾਦ ਹੋ ਜਾਣਗੇ ਯਾਰ, ਜਦੋਂ 2-3 ਵਾਰ ਤੁਸੀਂ ਇਸੀ ਟੇਬਲ ਜਿਹਨੂੰ ਬਣਾਓਗੇ ਆਪਦੇ ਹੱਥੀਂ, ਸਾਲ ਵੀ ਆਪਣੇ ਆਪ ਯਾਦ ਹੋ ਜਾਣੇ ਆ। ਇਹੋ ਜਿਹੇ ਸਵਾਲ ਐਵੇਂ ਡਾਇਰੈਕਟ ਰੱਟੇ ਨਾਲ ਨਹੀਂ ਯਾਦ ਹੋ ਸਕਦੇ, ਥੋੜ੍ਹੀ ਜਿਹੀ ਪ੍ਰੈਕਟਿਸ ਚਾਹੀਦੀ ਹੈ ਇਹਨਾਂ ਸਵਾਲਾਂ ਦੀ, ਤਾਂ ਹੀ ਇਹ ਸਵਾਲ ਸੋਲਵ ਹੋ ਸਕਦੇ ਨੇ। ਅਤੇ ਚੰਗੇ ਪੇਪਰਾਂ ਦੇ ਇਹ ਫੇਵਰੇਟ ਸਵਾਲ ਨੇ। ਚਲੋ ਐਨੀਵੇਜ਼ ਅੱਗੇ ਚੱਲੀਏ। ਜਿਹੜਾ ਕਹਿੰਦਾ ਸੰਘੀ ਪ੍ਰਣਾਲੀ ਹੈ, ਫੈਡਰਲ ਸਿਸਟਮ ਆ ਇੰਡੀਆ ਦਾ, ਉਹਦੇ ਬਾਰੇ ਕੁਝ ਕਥਨ ਨੇ, ਕੁਛ ਲਾਈਨਾਂ ਨੇ, ਤੁਸੀਂ ਦੱਸੋ ਕਿਹੜੀ ਠੀਕ ਹੈ ਕਿਹੜੀ ਗਲਤ ਹੈ। ਸਟੇਟਸ ਹੈਵ ਨੋ ਰਾਈਟ ਟੂ ਸਸੀਡ ਫਰੋਮ ਦਾ ਯੂਨੀਅਨ ਅੰਡਰ ਦਾ ਕੌਨਸਟੀਟਿਊਸ਼ਨ ਆਫ ਇੰਡੀਆ। ਮਤਲਬ ਜਿਵੇਂ ਫੈਡਰੇਸ਼ਨ ਜਿਹੜੀ ਹੁੰਦੀ ਹੈਗੀ ਨਾ, ਸੰਘੀ ਪ੍ਰਣਾਲੀ ਹੁੰਦੀ ਹੈ, ਜਿਵੇਂ ਅਮਰੀਕਾ ਦੇ ਵਿੱਚ ਹੈ, ਉੱਥੇ ਸੂਬਿਆਂ ਕੋਲ ਇੰਨਾ ਹੱਕ ਹੁੰਦਾ ਕਿ ਉਹ ਆਪਦਾ ਵੱਖ ਹੋ ਸਕਦੇ ਨੇ, ਮੇਨ ਢਾਂਚੇ ਤੋਂ ਜਿਹੜਾ ਕੇਂਦਰ ਹੈ ਉਹਦੇ ਤੋਂ ਵੱਖ ਹੋ ਸਕਦੇ ਨੇ। ਪਰ ਸਾਡਾ ਜਿਹੜਾ ਸਿਸਟਮ ਬਣਿਆ ਹੋਇਆ ਭਾਰਤ ਦਾ, ਇਹਦੇ 'ਚ ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ। ਸਾਡੇ ਜਿਹੜੇ ਸਟੇਟ ਨੇ ਉਹਨਾਂ ਕੋਲ ਇਹੋ ਜਿਹਾ ਕੋਈ ਅਧਿਕਾਰ ਨਹੀਂ ਹੈਗਾ ਕਿ ਉਹ ਕੇਂਦਰ ਤੋਂ ਵੱਖਰੇ। ਕੱਲ੍ਹ ਨੂੰ ਜਿਵੇਂ ਹੁਣ ਅੱਜ ਮੰਗ ਕਰ ਰਹੇ ਨੇ ਖਾਲਿਸਤਾਨ ਬਣਾ ਲਈਏ ਜਾਂ ਫਿਰ ਨਾਗਾਲਿੰਗਮ ਬਣਾ ਲਈਏ ਨਾਗਾਲੈਂਡ ਵਾਲੇ, ਇਹੋ ਜਿਹੀ ਕੋਈ ਪ੍ਰੋਵੀਜ਼ਨ ਹੀ ਨਹੀਂ ਸਟੇਟ ਦੇ ਵਿੱਚ, ਤਾਂ ਬਣਾ ਕਿਵੇਂ ਲੈਣਗੇ, ਠੀਕ ਹੈ। ਤਾਂ ਇਹ ਗੱਲ ਆਪਾਂ ਨੂੰ ਕਲੀਅਰ ਹੋਣੀ ਚਾਹੀਦੀ ਹੈ। ਜਸਟ ਐਡਵੋਕੇਸੀ ਆਫ ਸਸੈਸ਼ਨ ਵਿਲ ਹੈਵ ਦਾ ਪ੍ਰੋਟੈਕਸ਼ਨ ਆਫ ਫਰੀਡਮ ਆਫ ਐਕਸਪ੍ਰੈਸ਼ਨ, ਠੀਕ ਹੈ। ਇਹ ਕੀ ਕਹਿਣਾ ਚਾਹ ਰਿਹਾ ਇੱਥੇ? ਇਹ ਦੂਸਰਾ ਪੁਆਇੰਟ ਸਾਡੇ ਕੋਲ ਇਹ ਹੈ ਕਿ ਸਿਰਫ ਵੱਖ ਹੋਣ ਦੀ ਵਕਾਲਤ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੀ ਸੁਰੱਖਿਆ ਹੋਵੇਗੀ। ਇਹੋ ਜਿਹਾ ਕੁਛ ਹੈ ਹੀ ਨਹੀਂ। ਵੱਖ ਹੋਣ ਦੀ ਵਕਾਲਤ ਕਿੱਥੋਂ ਹੈ? ਵੱਖ ਹੋਣ ਦਾ ਤਾਂ ਕੋਈ ਸਿਸਟਮ ਹੀ ਨਹੀਂ ਲਿਖਿਆ। ਉਹਨਾਂ ਨੇ ਕਿਹਾ ਵੀ ਭਾਈ ਇੱਕ ਪਹਿਲਾ ਜਿਹੜਾ ਆਪਣੇ ਕੋਲ, ਮੈਂ ਤੁਹਾਨੂੰ ਆਲਰੇਡੀ ਦੱਸਤਾ, ਇੰਡੀਆ ਦੈਟ ਇਜ਼ ਭਾਰਤ ਇਜ਼ ਯੂਨੀਅਨ ਆਫ ਸਟੇਟਸ, ਯਾਨੀ ਕਿ ਯੂਨੀਅਨ ਆਫ ਸਟੇਟਸ ਹੈ, ਸਟੇਟਾਂ ਦਾ ਇੱਕ ਯੂਨੀਅਨ ਆ, ਨਾ ਕਿ ਫੈਡਰੇਸ਼ਨ ਹੈ। ਇਹ ਤਾਂ ਸਾਡਾ ਪੂਰੇ ਦਾ ਪੂਰਾ ਸੰਵਿਧਾਨ ਦਾ ਪਹਿਲਾ ਆਰਟੀਕਲ ਹੀ ਬੋਲਦਾ ਹੈ। ਤਾਂ ਉਹਦੇ ਤਹਿਤ ਵੱਖਰੇ ਹੋਣ ਦਾ ਤਾਂ ਕੋਈ ਸਵਾਲ ਹੀ ਨਹੀਂ, ਇਹੋ ਜਿਹੀ ਤਾਂ ਕੋਈ ਪ੍ਰੋਵੀਜ਼ਨ ਹੈ ਹੀ ਨਹੀਂ। ਤਾਂ ਓਨਲੀ 1 ਮੇਰੇ ਕੋਲ ਕਰੈਕਟ ਹੋ ਜਾਂਦਾ। ਅਗਲੀ ਗੱਲ, ਕ੍ਰੋਨੋਲੋਜੀਕਲ ਆਰਡਰ 'ਚ ਲਾਉਣਾ ਜਿਵੇਂ ਜਿਵੇਂ ਸਟੇਟਾਂ ਬਣੀਆਂ ਨੇ। ਹੁਣ ਇਹ ਸਵਾਲ ਤਾਂ ਮੈਂ ਤੁਹਾਡੇ ਤੋਂ ਉਮੀਦ ਕਰਦਾ।
ਆਹ ਸਟੇਟਾਂ ਦੀ ਜੇ ਮੈਂ ਗੱਲ ਕਰ ਲਵਾਂ, ਛੱਤੀਸਗੜ੍ਹ, ਝਾਰਖੰਡ, ਇਹ ਤਾਂ ਬਾਅਦ 'ਚ ਬਣਦੀਆਂ ਨੇ। ਸਿੱਕਿਮ 75 'ਚ ਬਣੀ, ਅਰੁਣਾਚਲ 87 'ਚ ਬਣੀ, ਯਾਨੀ ਕਿ 4-2 ਹੋਣਾ ਚਾਹੀਦਾ ਕਿਤੇ ਨਾ ਕਿਤੇ। 4-2 ਇੱਕੋ ਹੀ ਆਪਸ਼ਨ ਹੈ ਬੀ। ਉਦੋਂ ਬਾਅਦ ਇੱਕ ਬਣਦੀ ਹੈ ਛੱਤੀਸਗੜ੍ਹ ਪਹਿਲਾਂ ਬਣੀ, ਝਾਰਖੰਡ ਬਾਅਦ 'ਚ ਬਣੀ। ਆਪਾਂ ਨੰਬਰਿੰਗ ਕਰੀ ਹੋਈ ਹੈ, ਸਾਰੀ ਕਰਾਤੀ ਤੁਹਾਨੂੰ ਮੈਂ। ਦੇਖੋ ਇਹ ਮਜ਼ਾ ਆਉਂਦਾ ਐਵੇਂ ਜਦੋਂ ਆਪਾਂ ਡਿਟੇਲ 'ਚ ਪੜ੍ਹਦੇ ਹਾਂ। ਮੈਂ ਇੱਕ ਆਲਰੇਡੀ ਇੱਕ ਕੋਰਸ ਪੋਲਿਟੀ ਦਾ ਕੋਰਸ ਲੈ ਕੇ ਆ ਰਿਹਾ, ਠੀਕ ਹੈ, ਬੜੇ ਨੋਮੀਨਲ ਪ੍ਰਾਈਸ 'ਤੇ। ਪੋਲਿਟੀ ਉਹਦੇ ਵਿੱਚ ਮੈਂ ਫੁੱਲ ਡਿਟੇਲ 'ਚ, ਤੁਸੀਂ ਇਹ ਮੰਨ ਲਓ ਕਿ ਜਿਹੜੀ ਲਕਸ਼ਮੀ ਕਾਂਤ ਦੀ ਕਿਤਾਬ ਹੈ ਉਹ ਡੂਅਲ ਲੈਂਗੁਏਜ ਦੇ ਵਿੱਚ, ਇੰਗਲਿਸ਼ ਪਲੱਸ ਪੰਜਾਬੀ ਦੇ ਵਿੱਚ, ਮਤਲਬ ਡੂਅਲ ਲੈਂਗੁਏਜ ਦੇ ਵਿੱਚ ਬਣਾ ਕੇ ਪੜ੍ਹਾਈ ਜਾਊਗੀ, ਜਿਹਦੇ ਵਿੱਚ ਡਿਟੇਲਡ ਵੇ ਦੇ ਵਿੱਚ ਥਿਊਰੀ ਦੇ ਲੈਕਚਰ ਪੜ੍ਹਾਏ ਜਾਣਗੇ। ਤੁਹਾਨੂੰ ਜਿਹੜਾ ਆਪਣੇ ਕੋਲ ਕੰਟੈਂਟ ਹੋਊਗਾ ਇੰਗਲਿਸ਼ ਪੰਜਾਬੀ ਵਾਲਾ, ਉਹਦੇ PDF ਪ੍ਰੋਵਾਈਡ ਕੀਤੇ ਜਾਣਗੇ, ਐਜ਼ ਵੈਲ ਐਜ਼ ਹਰ ਚੈਪਟਰ ਦੇ MCQ, ਡਿਟੇਲਡ MCQ ਕਰਾਏ ਜਾਣਗੇ, ਉਹਦੇ ਵੀ ਲੈਕਚਰ ਵਿੱਚ ਹੋਣਗੇ। ਇਹ ਫੁੱਲ ਫਲੈਜ ਇੱਕ ਪੋਲਿਟੀ ਦਾ ਕੋਰਸ ਹੋਊਗਾ। ਇਹਨੂੰ ਥੋੜ੍ਹਾ ਜਿਹਾ ਟਾਈਮ ਲੱਗੂਗਾ, ਟਾਈਮ ਇਨ ਦਾ ਸੈਂਸ ਹਫ਼ਤਾ 10 ਦਿਨ ਲੱਗਣਗੇ। ਇਹਨੂੰ ਵੀ ਬਹੁਤ ਜਲਦ ਮੈਂ ਲਾਂਚ ਕਰਨ ਜਾ ਰਿਹਾ। ਜਿਹੜੇ ਬੱਚੇ ਖਾਸ ਕਰ ਪੰਜਾਬ ਪੁਲਿਸ ਨੂੰ ਟਾਰਗੇਟ ਕਰ ਰਹੇ ਨੇ, ਜਿਵੇਂ ਕਾਂਸਟੇਬਲ ਦਾ ਪੇਪਰ ਹੋ ਗਿਆ, ਸਬ ਇੰਸਪੈਕਟਰ ਦਾ ਪੇਪਰ ਹੋ ਗਿਆ, ਕਾਂਸਟੇਬਲ ਵਾਲੇ ਖਾਸ ਕਰਕੇ, ਕਿਉਂਕਿ ਉਹਨਾਂ ਦੇ ਵਿੱਚ ਤਾਂ ਪੋਲਿਟੀ ਬਹੁਤ ਡੋਮੀਨੇਟ ਕਰਦੀ ਹੈ, ਉਹਨਾਂ ਵਾਸਤੇ ਬਹੁਤ ਲਾਹੇ ਦਾ ਕੋਰਸ ਹੋ ਸਕਦਾ ਹੈ ਇੱਕ ਨੋਮੀਨਲ ਜੇ ਪ੍ਰਾਈਸ ਦੇ ਵਿੱਚ, ਠੀਕ ਹੈ। ਤਾਂ ਤੁਸੀਂ ਟਰਾਈ ਕਰ ਸਕਦੇ ਹੋ, ਵਿੱਚ ਡੈਮੋਜ਼ ਹੋਣਗੀਆਂ, ਤੁਸੀਂ ਸੁਣ ਕੇ ਤੁਹਾਨੂੰ ਆਪੇ ਪਤਾ ਲੱਗ ਜੂ ਕਿ ਲੈਵਲ ਕੀ ਹੈ ਕੋਰਸ ਦਾ। ਆ ਜਾਓ। ਪੀਪਲਜ਼ ਵਾਰ ਗਰੁੱਪ ਇੱਕ ਆਤੰਕਵਾਦੀ ਆਰਗੇਨਾਈਜੇਸ਼ਨ ਹੈ। ਇਹ ਕਿੱਥੇ ਬੇਸਡ ਹੈ, ਮਤਲਬ ਕਿਹੜੇ ਸੂਬੇ ਦੇ ਵਿੱਚ ਇਹ ਪਾਈ ਜਾਂਦੀ ਆ? ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਦੇ ਵਿੱਚ ਪੀਪਲ ਵਾਰ ਗਰੁੱਪ ਨਾਮ ਦਾ ਇੱਕ, ਯਾਨੀ ਕਿ ਜਿਵੇਂ ਹੁਣ ਇਹ ਪੁੱਛ ਲੈਣ ਸਵਾਲ ਕਿ ਖਾਲਿਸਤਾਨ ਮੂਵਮੈਂਟ ਜਿਹੜੀ ਹੈਗੀ ਆ, ਜਾਂ ਬੱਬਰ ਖਾਲਸਾ ਮੂਵਮੈਂਟ ਕਿਹੜੇ ਸੂਬੇ ਨਾਲ ਸੰਬੰਧਿਤ ਹੈ, ਤਾਂ ਪੰਜਾਬ ਵਾਲਿਆਂ ਨੂੰ ਤਾਂ ਪਤਾ ਹੀ ਹੈ ਕਿ ਸਾਡੇ ਨਾਲ ਸੰਬੰਧਿਤ ਹੈ। ਐਵੇਂ ਇਹੀ ਇੱਦਾਂ ਦੀ ਵੀ ਮੰਗ ਕਰਨ ਵਾਲੀ ਇੱਕ ਸੰਸਥਾ ਪੀਪਲਜ਼ ਵਾਰ ਗਰੁੱਪ ਹੈ। ਇਹ ਕਿੱਥੇ ਆ? ਆਂਧਰਾ ਪ੍ਰਦੇਸ਼ ਦੇ ਵਿੱਚ ਐਕਟਿਵ ਹੈ, ਠੀਕ ਹੈ। ਤਾਂ ਸਾਨੂੰ ਇਹੋ ਜਿਹੇ ਪਤਾ ਹੋਣੇ ਚਾਹੀਦੇ ਨੇ, ਕਿਉਂਕਿ ਅੱਜ ਕੱਲ੍ਹ ਇਹ ਬਹੁਤ ਸਰਗਰਮ ਨੇ ਇਹੋ ਜਿਹੇ ਗਰੁੱਪ, ਤਾਂ ਇਹਨਾਂ ਬਾਰੇ ਸਵਾਲ ਪੇਪਰ 'ਚ ਬਣਨ ਦੇ ਫੁੱਲ ਚਾਂਸਸ ਹੋ ਜਾਂਦੇ ਨੇ। ਕਾਵੇਰੀ ਰਵੀ ਆ ਗਿਆ। ਕਾਵੇਰੀ ਜਿਹੜੀ ਰੀਵਰ ਹੈ, ਨਦੀ ਹੈ, ਇਹਨੂੰ ਲੈ ਕੇ ਡਿਸਪਿਊਟ ਹੈ, ਕਿਹੜੇ ਕਿਹੜੇ ਸੂਬਿਆਂ 'ਚ ਹੈ। ਜੇ ਤੁਹਾਨੂੰ ਇਹ ਪਤਾ ਹੋਊਗਾ ਕਿ ਕਾਵੇਰੀ ਕਿਹੜੇ ਸੂਬਿਆਂ 'ਚੋਂ ਨਿਕਲਦੀ ਹੈ, ਤਾਂ ਤੁਹਾਨੂੰ ਡਿਸਪਿਊਟ ਵੀ ਪਤਾ ਲੱਗ ਜੂਗਾ। ਜੇ ਇਹ ਨਹੀਂ ਪਤਾ ਹੈਗਾ, ਫਿਰ ਡਿਸਪਿਊਟ ਵੀ ਲੱਭਣਾ ਔਖਾ ਵੀ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਹੋ ਸਕਦਾ ਹੈ ਨਾ। ਜੇ ਆਪਾਂ ਦੇਖੀਏ ਕਾਵੇਰੀ ਜਿਹੜੀ ਨਦੀ ਹੈਗੀ ਹੈ, ਆਹ ਇੱਥੋਂ ਚੱਲਦੀ ਹੈ, ਠੀਕ ਹੈ। ਤਾਂ ਕਾਵੇਰੀ ਨਦੀ ਦਾ ਬੇਸਿਨ, ਜਿਵੇਂ ਆਹ ਸੀ ਕਾਵੇਰੀ ਨਦੀ ਦਾ ਮੇਨ ਬੇਸਿਨ, ਇਦੋਂ ਬਾਅਦ ਆ ਕਿੰਨੀਆਂ ਇਹਦੀਆਂ ਟ੍ਰਿਬਿਊਟਰੀਜ਼ ਨੇ ਜਿਹੜੀਆਂ ਇਹਦੇ ਵਿੱਚ ਜਾ ਕੇ ਜੁੜ ਰਹੀਆਂ ਨੇ। ਤਾਂ ਕਰਨਾਟਕਾ ਦਿਖ ਰਿਹਾ ਸਾਨੂੰ, ਤਾਮਿਲਨਾਡੂ ਦਿਖ ਰਿਹਾ, ਕੇਰਲਾ ਦਿਖ ਰਿਹਾ। ਆਹ ਤਿੰਨ ਤਾਂ ਸਟੇਟਾਂ ਹੈਗੀਆਂ ਹੀ ਹੈਗੀਆਂ ਨੇ। ਅਤੇ ਥੋੜ੍ਹਾ ਬਹੁਤਾ ਇਹਦਾ ਕਾਵੇਰੀ ਨਦੀ ਦਾ ਹਿੱਸਾ ਜਿਹੜਾ ਰੌਲੇ ਵਾਲਾ ਹੈਗਾ, ਉਹ ਹੋਰ ਕਿਹੜੀ ਸਟੇਟ ਹੈ, ਉਹ ਹੈਗੀ ਹੈ ਸਾਡੇ ਕੋਲੇ, ਯਾਨੀ ਕਿ ਪੁਡੂਚੇਰੀ। ਪੁਡੂਚੇਰੀ ਇੱਥੇ ਕਾਰਨਰ ਜੇ 'ਤੇ ਆ ਜਾਂਦੀ ਹੈ, ਠੀਕ ਹੈ। ਇੱਥੇ ਜਿੱਥੇ ਆਹ ਹਿੱਸਾ ਆਊਗਾ ਨਾ, ਅਤੇ ਕਾਰਨਰ ਜੇ 'ਤੇ ਤਾਮਿਲਨਾਡੂ ਵਾਲੀ ਸਾਈਡ 'ਤੇ ਇੱਥੇ ਪੁਡੂਚੇਰੀ ਦੇਖਣ ਨੂੰ ਮਿਲਦੀ ਹੈ ਸਾਨੂੰ। ਤਾਂ ਆਹ ਚਾਰ, ਇਹਦੇ ਵਿੱਚੋਂ ਪੁਡੂਚੇਰੀ ਦਾ UT ਹੋ ਗਈ, ਬਾਕੀ 3 ਸੂਬੇ ਹੋ ਗਏ। ਤਾਂ ਇਹਨਾਂ ਦੇ ਵਿੱਚ ਆਪਸ 'ਚ ਡਿਸਪਿਊਟ ਆ। ਕ੍ਰਿਸ਼ਨਾ ਨਦੀ ਦਾ ਡਿਸਪਿਊਟ ਆ, ਇਹਦਾ ਡਿਸਪਿਊਟ ਆ, ਕਿੰਨੀਆਂ ਰਿਵਰਸ ਦਾ ਡਿਸਪਿਊਟ ਹੀ ਆ। ਤਾਂ ਇਹ ਸਵਾਲ ਹੁਣ ਤੁਹਾਡੇ 'ਤੇ ਹੈ। ਤੁਸੀਂ ਇੱਕ ਕੰਮ ਕਰੋ, ਕਮੈਂਟ ਦੇ ਵਿੱਚ ਵੀ ਲਿਖਿਓ ਕਿ ਜਿਹੜੀ ਕ੍ਰਿਸ਼ਨਾ ਰਿਵਰ ਹੈ, ਉਹਦਾ ਡਿਸਪਿਊਟ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਹੈ, ਉਹਨੂੰ ਲੈ ਕੇ ਜਿਹੜਾ ਰੌਲਾ, ਪਾਣੀਆਂ ਨੂੰ ਲੈ ਕੇ ਆਪਸ ਦਾ ਰੌਲਾ। ਤਾਂ ਕ੍ਰਿਸ਼ਨਾ ਨਦੀ ਦਾ ਵੀ ਤੁਸੀਂ ਨੇ ਦੱਸਣਾ, ਅਤੇ ਇੱਕ ਆ ਕਾਵੇਰੀ ਦਾ। ਇਹ ਜ਼ਿਆਦਾ ਪੁੱਛੇ ਜਾਂਦੇ ਨੇ ਪੇਪਰ ਦੇ ਵਿੱਚ। ਤਾਂ ਦੋਨਾਂ ਦਾ ਤੁਹਾਡੇ ਸਾਹਮਣੇ ਆ, ਤਾਂ ਇੱਕ ਦਾ ਤੁਸੀਂ ਨੇ ਦੱਸਣਾ, ਇੱਕ ਦਾ ਤੁਹਾਨੂੰ ਮੈਂ ਦੱਸਤਾ। ਅੱਗੇ ਆ ਜਾਓ। ਉਲਫਾ ਐਕਸਟਰੀਮਿਸਟ, ਇਹ ਕਿਹੜੇ ਸਟੇਟ ਦੇ ਵਿੱਚ ਸਰਗਰਮ ਨੇ? ਉਲਫਾ ਗਰੁੱਪ ਆ ਜਿਹੜਾ, ਇਹ ਬਹੁਤ ਫੇਮਸ ਹੈ, ਕੁਛ ਨਾ ਕੁਛ ਕਾਰਨਾਮੇ ਕਰਦਾ ਹੀ ਰਹਿੰਦਾ। ਇਹ ਅਸਾਮ ਦੇ ਵਿੱਚ ਹੈ ਉਲਫਾ ਗਰੁੱਪ, ਠੀਕ ਹੈ। ਤਾਂ ਉਲਫਾ ਗਰੁੱਪ ਵੀ ਯਾਦ ਰੱਖਿਓ, ਜਿਵੇਂ ਆਲਰੇਡੀ ਪਿੱਛੇ ਮੈਂ ਜ਼ਿਕਰ ਕੀਤਾ, ਤਾਂ ਉਵੇਂ ਦਾ ਹੀ ਉਲਫਾ ਅਸਾਮ ਦੇ ਨਾਲ ਸੰਬੰਧਿਤ ਹੈ। ਪਹਿਲਾ ਸਟੇਟ ਜਿਹੜਾ ਲਿੰਗੁਇਸਟਿਕ ਆਧਾਰ 'ਤੇ ਬਣਿਆ, ਗੱਲ ਹੋ ਗਈ ਸੀ ਕਲੀਅਰ। 53 ਦੇ ਵਿੱਚ ਪੋਟੀ ਸ਼੍ਰੀ ਰਮੱਲੂ ਜੀ ਦੀ ਡੈਥ ਹੁੰਦੀ ਹੈ। ਡੈਥ ਤੋਂ ਬਾਅਦ ਨਾਲ ਦੀ ਨਾਲ ਹੀ ਡਰ ਜਾਂਦੀ ਹੈ ਸਰਕਾਰ, ਜਦੀ ਆਂਧਰਾ ਪ੍ਰਦੇਸ਼ ਵੱਖਰਾ ਨਿਕਲ ਜਾਂਦਾ, ਠੀਕ ਹੈ। ਤਾਮਿਲਨਾਡੂ ਵੱਖਰਾ ਸਟੇਟ ਬਣ ਜਾਂਦਾ, ਚੇਨਈ ਸੀ ਜਿਹੜਾ ਉਸ ਟਾਈਮ ਦੇ ਉੱਤੇ। ਤਾਂ B ਕਰੈਕਟ ਆਨਸਰ ਹੋ ਗਿਆ। ਅੱਗੇ ਆ ਜਾਓ। ਅੱਗੇ ਇੱਕ ਮਜ਼ੇਦਾਰ ਸਵਾਲ ਆ, ਦੇਖਦੇ ਹਾਂ, ਲੈਟ ਅਸ ਸੀ। ਟਰਮ ਜਿਹੜਾ ਹੈਗਾ ਯੂਨੀਅਨ ਆਫ ਸਟੇਟਸ, ਠੀਕ ਹੈ, ਹੈਜ਼ ਬੀਨ ਯੂਜ਼ਡ ਇਨ ਕੰਸਟੀਟਿਊਸ਼ਨ ਬਿਕੋਜ਼ ਇੰਡੀਅਨ ਸਟੇਟਸ ਹੈਵ ਨੋ ਰਾਈਟ ਆਫ ਸੈਪਰੇਸ਼ਨ। ਬਿਲਕੁਲ ਸਹੀ ਗੱਲ ਹੈ। ਜਿਹੜਾ ਸ਼ਬਦ ਵਰਤਿਆ ਗਿਆ ਸਾਡੇ ਸੰਵਿਧਾਨ 'ਚ, ਯੂਨੀਅਨ ਆਫ ਸਟੇਟਸ, ਪਹਿਲੇ ਆਰਟੀਕਲ 'ਚ, ਉਹ ਇਸ ਕਰਕੇ ਆ, ਕਹਿੰਦੇ ਕਿਉਂਕਿ ਭਾਰਤੀ ਸੂਬਿਆਂ ਨੂੰ, ਸਟੇਟਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਵੱਖਰੇ ਹੋਣ ਦਾ। ਨਹੀਂ ਹੈਗਾ ਜੀ ਅਧਿਕਾਰ, ਬਿਲਕੁਲ ਸਹੀ ਗੱਲ ਹੈ। SK ਧਾਰ ਕਮਿਸ਼ਨ ਬਣਦਾ ਹੈ, ਜਿਹਨੇ ਪ੍ਰੈਫਰੈਂਸ ਦਿੱਤੀ ਸੀ ਐਡਮਿਨਿਸਟ੍ਰੇਟਿਵ ਕਨਵੀਨੀਅੰਸ ਨੂੰ ਰਾਦਰ ਦੈਨ ਲੈਂਗੁਏਜ ਫॉर ਰੀਆਰਗਨਾਈਜੇਸ਼ਨ ਆਫ ਸਟੇਟਸ। ਬਿਲਕੁਲ ਸਹੀ ਗੱਲ ਹੈ। ਮੈਂ ਤੁਹਾਨੂੰ ਦੱਸਿਆ ਸੀ ਕਿ ਇਹਨੇ ਬਿਲਕੁਲ ਖਾਰਜ ਕਰਤੀ ਸੀ ਗੱਲ ਵੀ ਭਾਸ਼ਾ ਦੇ ਆਧਾਰ 'ਤੇ ਤਾਂ ਵੱਖ ਕੀਤਾ ਹੀ ਨਹੀਂ ਜਾ ਸਕਦਾ ਜੀ, ਠੀਕ ਹੈ। ਇਹੀ ਇਹ ਕਹਿ ਰਿਹਾ ਕਿ ਇਹਨੇ ਇਸ ਗੱਲ ਨੂੰ ਖਾਰਜ ਕੀਤਾ ਸੀਗਾ ਕਿ ਭਾਸ਼ਾ ਦੇ ਆਧਾਰ 'ਤੇ ਨਹੀਂ
ਐਡਮਿਨਿਸਟ੍ਰੇਟਰ ਦੇ ਆਧਾਰ 'ਤੇ ਹੋ ਸਕਦਾ ਵੀ ਭਾਈ ਇਹਦੀ ਠੀਕ ਠਾਕ ਨਾਲ ਅਸੀਂ ਬਹੁਤ ਵੱਡਾ ਸੂਬਾ ਹੋਣ ਕਰਕੇ ਐਡਮਿਨਿਸਟ੍ਰੇਸ਼ਨ ਸਹੀ ਤਰੀਕੇ ਨਾਲ ਨਹੀਂ ਹੋ ਪਾ ਰਹੀ, ਇਹ ਕਾਰਨ ਹੋ ਸਕਦਾ। ਕਾਂਗਰਸ ਕਮੇਟੀ ਜਿਹਦੇ ਵਿੱਚ ਜਵਾਹਰ ਲਾਲ ਨਹਿਰੂ ਸੀ, ਸਰਦਾਰ ਪਟੇਲ ਸੀ, ਪਿਤਾਬੀ ਸੀਤਾਰਮਈਆ ਸੀ, ਉਹ ਵੀ ਨਹੀਂ ਸੀਗੇ ਇਸ ਫੇਵਰ 'ਚ ਕਿ ਰੀਆਰਗਨਾਈਜੇਸ਼ਨ ਹੋਵੇ ਲੈਂਗੁਏਜ ਦੇ ਆਧਾਰ ਦੇ ਉੱਤੇ। ਗੱਲ ਤਾਂ ਆ ਵੀ ਠੀਕ ਹੈ, ਇਹਦਾ ਮਤਲਬ ਇਹਨਾਂ ਨੇ ਕਰੈਕਟ ਪੁੱਛਿਆ, ਤਾਂ ਇਸ ਹਿਸਾਬ ਨਾਲ ਤਾਂ ਫਿਰ ਸਾਰੇ ਕਰੈਕਟ ਹੋ ਗਏ ਨਾ ਜਿੰਨੀਆਂ ਗੱਲਾਂ ਲਿਖੀਆਂ ਹੋਈਆਂ ਨੇ, ਕਿਉਂਕਿ ਜੋ ਚੀਜ਼ਾਂ ਤੁਹਾਨੂੰ ਮੈਂ ਪੜ੍ਹਾਈਆਂ ਨੇ ਉਹੀ ਤਾਂ ਸਾਰੀਆਂ। ਤਿੰਨੇ ਕਮੇਟੀਆਂ ਦਾ ਜ਼ਿਕਰ ਆ ਗਿਆ, ਬਸ ਫਜ਼ਲ ਅਲੀ ਕਮੇਟੀ ਰਹਿ ਗਈ। ਜੇ ਫਜ਼ਲ ਅਲੀ ਹੁੰਦੀ ਤਾਂ ਉਹਦੀ ਵੀ ਆਪਣੀ ਗੱਲ ਬਣ ਜਾਣੀ ਸੀ, ਠੀਕ ਹੈ। ਤਾਂ ਇਹ ਆਪਣੇ ਕੋਲੇ ਸੀਗਾ ਐਵੋਲਿਊਸ਼ਨ ਆਫ ਸਟੇਟਸ, ਸਟੇਟਾਂ ਕਿਵੇਂ ਹੋਣ ਚਾਹੀਆਂ, ਕਿਹੜੀਆਂ ਕਮੇਟੀਆਂ ਬਣੀਆਂ, ਜੋ ਵੀ ਕੁਛ ਹੋਇਆ ਹੈ ਨਾ। ਤਾਂ ਇਹ ਪੂਰਾ ਫੁੱਲ ਫਲੈਜ ਮੈਂ ਡਿਟੇਲ 'ਚ ਤੁਹਾਨੂੰ ਲੈਕਚਰ ਕੰਪਲੀਟ ਕਰਤਾ। ਤਾਂ ਅੱਜ ਦੇ ਲੈਕਚਰ 'ਚ ਆਪਣੇ 'ਚ ਇੰਨਾ ਹੀ ਹੈ। ਅਗੇਨ ਤੁਸੀਂ ਆਪਣੇ ਇਹ ਜਿੰਨੇ ਲੈਕਚਰਸ ਹੈਗੇ ਨੇ ਇਹਦੀ ਜੇ ਤੁਸੀਂ PDF ਹਾਸਲ ਕਰਨਾ ਚਾਹੁੰਦੇ ਹੋ ਤਾਂ PDFs ਤੁਹਾਨੂੰ ਪ੍ਰਿੰਟੇਬਲ ਫਾਰਮ ਵਾਲੀਆਂ PDFs ਜਿਹੜੀਆਂ ਨੇ ਉਹ ਤੁਹਾਨੂੰ ਇੰਪੈਕਟ ਐਜੂਕੇਸ਼ਨ ਪਲੇਟਫਾਰਮ ਦੇ ਉੱਤੇ ਮਿਲਣਗੀਆਂ, ਜੋ ਕਿ ਤੁਸੀਂ ਗੂਗਲ ਪਲੇ ਸਟੋਰ 'ਤੇ ਜਾ ਕੇ ਇੰਪੈਕਟ ਐਜੂਕੇਸ਼ਨ ਜਦੋਂ ਸਰਚ ਆਊਟ ਕਰੋਗੇ ਤਾਂ ਤੁਹਾਨੂੰ ਮਿਲ ਜੂ। ਦੂਸਰਾ ਕੀ ਹੈ ਕਿ ਮੈਂ ਆਪਣੇ ਇਸ ਲੈਕਚਰ ਦੇ ਥੱਲੇ ਲਿੰਕ ਪਾ ਦੂੰਗਾ, ਉਸ ਲਿੰਕ 'ਤੇ ਕਲਿੱਕ ਕਰਿਓ, ਡਿਸਕ੍ਰਿਪਸ਼ਨ 'ਚ ਹੋਊਗਾ, ਸਿੱਧਾ ਤੁਸੀਂ ਗੂਗਲ ਪਲੇ ਸਟੋਰ 'ਤੇ ਆਪਣੀ ਇਸ ਐਪ 'ਤੇ ਜਾਓਗੇ ਅਤੇ ਉਹਨੂੰ ਇੰਸਟਾਲ ਕਰੋ। ਇੰਸਟਾਲ ਕਰਕੇ ਬਹੁਤ ਚੀਜ਼ਾਂ ਉਹਦੇ 'ਤੇ ਕਿਊ 'ਚ ਲੱਗੀਆਂ ਹੋਈਆਂ ਨੇ ਜਿਹੜੀਆਂ ਬਹੁਤ ਛੇਤੀ ਤੁਹਾਡੇ ਸਾਹਮਣੇ ਆਉਣਗੀਆਂ। ਕਿੰਨੇ ਟੈਸਟ ਨੇ ਜਿਹੜੇ ਤੁਹਾਡੇ ਲਈ ਲਾਹੇ ਦੇ ਹੋ ਸਕਦੇ ਨੇ, ਕਿੰਨੇ PDF ਤੁਹਾਡੇ ਲਾਹੇ ਦੇ ਹੋ ਸਕਦੇ ਨੇ, ਅਤੇ ਕਿੰਨੇ ਕੋਰਸ ਨੇ ਜਿਹੜੇ ਬਹੁਤ ਹੀ ਮਿਨੀਮਲ ਪ੍ਰਾਈਸ ਦੇ ਉੱਤੇ ਇਸ ਐਪ 'ਤੇ ਤੁਹਾਨੂੰ ਮਿਲਣਗੇ। ਅਤੇ ਜੇ ਤੁਹਾਨੂੰ ਲੱਗ ਰਿਹਾ ਕਿ ਹਾਂ ਮੈਂ ਤੁਹਾਡੀ ਤਿਆਰੀ ਮੁਕੰਮਲ ਕਰਾ ਸਕਦਾ ਕਿਸੇ ਆਉਣ ਵਾਲੇ ਪੇਪਰ ਲਈ, ਤੁਹਾਨੂੰ ਕੁਆਲਿਟੀ ਕੰਟੈਂਟ ਪ੍ਰੋਵਾਈਡ ਕਰ ਰਿਹਾ ਜਾਂ ਕਰ ਸਕਦਾ ਹੋਊਗਾ, ਤਾਂ ਤੁਸੀਂ ਜ਼ਰੂਰ ਇਸ ਪਲੇਟਫਾਰਮ ਨਾਲ ਜੁੜੋ। ਤਾਂ ਆਪਣੇ ਅੱਜ ਦੇ ਇਸ ਲੈਕਚਰ ਦੇ ਵਿੱਚ ਇੰਨਾ ਹੀ ਹੈ। ਤੁਸੀਂ ਪੇਸ਼ੈਂਸ ਨਾਲ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਲੈਕਚਰਸ ਨੂੰ ਵੱਧ ਤੋਂ ਵੱਧ ਕਾਈਂਡਲੀ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਨੂੰ, ਅਤੇ ਇਹ ਮੇਰੀ ਤੁਹਾਨੂੰ ਰਿਕੁਐਸਟ ਹੈ। ਅਤੇ ਥੈਂਕ ਯੂ ਫॉर ਵਾਚਿੰਗ।